ਸੂਰਠ ਮਹਿਲਾ ਪਹਿਲਾ। ਪੰਚਪਦੇ ਆਪਣਾ ਘਰ ਮੂਸਤ ਰਾਖ ਨ ਸਕਹਿ, ਕੀ ਪਰ ਘਰ ਜੋਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ, ਜੋ ਗੁਰਮੁਖ ਸੇਵਕ ਲਾਗਾ। ਆਪਣਾ ਘਰ ਮੂਸਤ ਰਾਖ ਨ ਸਕਹਿ, ਕੀ ਪਰ ਘਰ ਜੋਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ, ਜੋ ਗੁਰਮੁਖ ਸੇਵਕ ਲਾਗਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅੰਧਰਸ ਲੁਭਾਨੇ। ਫਿਰ ਪਛਤਾਹੇ ਅਭਾਗਾ। ਰਹਾਉ ਆਵਤ ਕਉ ਹਰਖ, ਜਾਤ ਕਉ ਰੋਵਹਿ। ਇਹ ਦੁਖ ਸੁਖ ਨਾਲੇ ਲਾਗਾ, ਆਪੇ ਦੁਖ ਸੁਖ ਭੋਗ ਭੁਗਾਵੈ। ਗੁਰਮੁਖ ਸੋ ਅਨਰਾਗਾ, ਹਰ ਰਸ ਉਪਰ ਅਵਰ ਕਿਆ ਕਹੀਐ। ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਤ ਜਿਨ ਇਹ ਰਸ ਖੋਇਆ। ਜਾਂ ਸਾਕਤ ਦੁਰਮਤ ਲਾਗਾ, ਮਨ ਕਾ ਜਿਉ ਪਵਨ ਪਤ ਦੇਹੀ। ਦੇਹੀ ਮਹਿ ਦੇਉ ਸਮਾਗਾ, ਜੇ ਤੂੰ ਦੇਹ ਤਾਂ ਹਰ ਰਸ ਗਾਈ। ਮਨ ਤ੍ਰਿਪਤੈ ਹਰ ਲਿਵ ਲਾਗਾ, ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ, ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ, ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ, ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ।
ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸੰਪੂਰਨ ਰੈਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ, ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ, ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ੇ। ਅੱਜ ਮਹਾਰਾਜ ਦੀ ਰਹਿਮਤ ਹੋਈ, ਸਾਨੂੰ ਜੋ ਉਪਦੇਸ਼ ਪ੍ਰਾਪਤ ਹੋਏ ਉਸ ਉਪਦੇਸ਼ ਦੇ ਵਿੱਚ ਬੜੀ ਪਿਆਰੀ ਜਿਹੀ ਜੁਗਤ ਹੈ ਨਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ। ਤੇ ਕੀ ਕਰੀਏ, ਉਸਤਤ ਕਰੋ ਸਦਾ ਪ੍ਰਭ ਆਪਣੇ। ਜੀਵਨ ਦੇ ਵਿੱਚ ਸਭ ਤੋਂ ਸ਼੍ਰੇਸ਼ਟ ਮੁਕਾਮ ਅਗਰ ਕੋਈ ਹੈ ਤੇ ਸੰਤ ਦਾ ਹੈ, ਜਿਹਨੂੰ ਗੁਰੂ ਨਾਨਕ ਸੰਤ ਕਹਿ ਰਹੇ ਨੇ। ਇੱਥੇ ਦੁਨਿਆਵੀ ਬਣਤਰਾਂ ਦੀ ਆਪਾਂ ਇੱਥੇ ਗੱਲ ਵਿਆਖਿਆਵਾਂ ਨਹੀਂ ਕਰਦੇ ਨੇ ਕਿ ਕੌਣ ਆਪਣੇ ਆਪ ਦੇ ਨਾਲ ਕੀ ਸਰਨੇਮ ਲਕਬ ਲਗਾਏ ਹੁੰਦੇ ਨੇ, ਕੋਈ ਕੁਛ ਲਿਖ ਲੈਂਦਾ, ਕੋਈ ਕੁਛ ਲਿਖ ਦਿੰਦਾ ਹੈ, ਕੋਈ ਮਾਇਨੇ ਨਹੀਂ ਉਹਨਾਂ ਦਾ। ਜੋ ਮਰਜ਼ੀ ਲਿਖ ਲਓ, ਕੀ ਫਰਕ ਪੈਂਦਾ। ਬਹੁਤ ਲੋਕਾਂ ਨੂੰ ਵੇਖਿਆ ਜਿਨ੍ਹਾਂ ਨੂੰ ਘਰ ਕੋਈ ਪੁੱਛਦਾ ਨਹੀਂ, ਬਾਹਰੋਂ ਬੜੇ ਵੱਡੇ ਵੱਡੇ ਲਕਬ ਲਾਈ ਫਿਰਦੇ ਨੇ। ਇਸ ਕਰਕੇ ਇਹਦੀ ਕੋਈ ਕੀਮਤ ਨਹੀਂ। ਕੀਮਤ ਇਹ ਹੈ ਕਿ ਕੀ ਸਾਨੂੰ ਸਾਡੇ ਗੁਰੂ ਕਿਸੇ ਨਜ਼ਰ ਨਾਲ ਦੇਖਦੇ ਨੇ। ਅਸੀਂ ਆਪਣੇ ਗੁਰਦੇਵ ਦੇ ਬਖਸ਼ੇ ਹੋਏ ਜੋ ਅਸੂਲ ਨੇ, ਜੋ ਗੁਰਦੇਵ ਦੇ ਬਖਸ਼ੇ ਹੋਏ ਪੈਰਾਮੀਟਰ ਆਪਾਂ ਸਮਝੀਏ, ਕਿ ਉਹਨਾਂ ਤੋਂ ਕਿਸੇ ਤੇ ਖਰੇ ਉਤਰਦੇ ਹਾਂ। ਜੋ ਮਹਾਰਾਜ ਨੇ ਸਾਨੂੰ ਸਟੈਪ ਦਿੱਤੇ ਨੇ, ਉਹਨਾਂ 'ਤੇ ਆਪਾਂ ਕਿਤੇ ਸਟੈਂਡ ਕਰ ਪਾਵਾਂਗੇ। ਬਸ ਸਾਨੂੰ ਸਿੱਖ ਦਾ ਸਟੈਂਡ ਮਿਲਿਆ, ਸੇਵਕ ਦਾ ਮਿਲਿਆ, ਗੁਰਸਿੱਖ ਦਾ ਮਿਲਿਆ, ਗੁਰਮੁਖ ਦਾ ਮਿਲਿਆ, ਸੰਤ ਦਾ ਮਿਲੇ, ਭਗਤ ਦਾ ਮਿਲੇ। ਸਾਡੇ ਵਾਸਤੇ ਤਾਂ ਬੜੇ ਸਟੈਪ ਨੇ, ਪੌੜੀਆਂ ਨੇ। ਇਹ ਤਰਾਹਪਤ ਪੌੜੀਆਂ, ਇਹ ਅਧਿਆਤਮਕ ਮੰਡਲ ਦੇ ਪਦਵੀਆਂ ਨੇ। ਜਿਵੇਂ ਇੱਥੇ ਕਈ ਨੇ ਦੇਖੋ ਜੀ, ਹੁਣ ਪ੍ਰਾਇਮਰੀ ਪਾਸ ਹੋ ਗਏ ਜੀ, ਮਿਡਲ ਪਾਸ ਹੋ ਗਏ ਜੀ, ਹੁਣ ਸੈਕੰਡਰੀ ਕਰ ਲਈ ਜੀ, ਹਾਇਰ ਸੈਕੰਡਰੀ ਹੋ ਗਈ, ਹੁਣ ਆਪਾਂ ਇੱਥੇ +2 ਕਹਿੰਦੇ ਹਾਂ, ਡਿਗਰੀਆਂ 'ਚ ਆ ਗਏ, PG ਹੋ ਗਈ, ਮਾਸਟਰ ਹੋ ਗਈ। ਅਸੀਂ ਫਿਰ ਕਹਿੰਦੇ ਹਾਂ ਕੋਈ PhD ਹੋ ਗਿਆ ਜੀ, ਇੰਨੀ ਵਾਰ ਹੋ ਗਿਆ। ਤੁਰੇ ਜਾਣੇ ਨਾ ਐਜੂਕੇਸ਼ਨ ਸੈਕਟਰ 'ਚ, ਕੋਈ ਐਂਡ ਥੋੜ੍ਹਾ ਹੈ। ਜਿੰਨੀ ਵਾਰ ਮਰਜ਼ੀ ਪੜ੍ਹਾਈ ਕਰੀ ਜੋ, ਕੌਣ ਪੁੱਛਦਾ ਹੈ, ਮੰਨਾ ਥੋੜ੍ਹਾ ਕੋਈ ਕਰੇਗਾ। ਐਸੇ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਕਈ ਵਾਰ ਮਾਸਟਰ ਡਿਗਰੀਆਂ ਕਰ ਲਈਆਂ। ਇਸੇ ਤਰ੍ਹਾਂ ਅਧਿਆਤਮ ਦੇ ਵਿੱਚ ਕਿਤਨਾ ਉੱਚਾ ਉੱਠ ਜਾਈਏ। ਮਜ਼ੇ ਦੀ ਗੱਲ ਇੱਥੇ ਹੈ ਕਿ ਇੱਥੇ ਇੱਕ ਵਾਰ ਗੁਰੂ ਦੀ ਕਿਰਪਾ ਦੇ ਨਾਲ ਕਿਸੇ ਨੂੰ ਇਹ ਮੁਕਾਮ ਹਾਸਲ ਹੋ ਜਾਂਦਾ ਹੈ ਗੁਰਮੁਖਤਾ ਦਾ। ਉਸੇ ਨੂੰ ਇੱਕ ਪਾਸਿਓਂ ਦੇਖੋਗੇ ਸਿਪਾਹੀ ਲੱਗੇਗਾ, ਦੂਜੇ ਪਾਸੇ ਦੇਖੋਗੇ ਸੰਤ ਲੱਗੇਗਾ, ਤੀਜੇ ਪਾਸੇ ਘੁੰਮ ਕੇ ਦੇਖੀ ਜਾਓ ਉਹਦੇ ਰੂਪ ਬਦਲ, ਕਿਉਂਕਿ ਉਹ ਇੱਕੋ ਹੀ ਹੈ, ਹਰ ਰੂਪ ਦੇ ਵਿੱਚ ਉਹ ਆਪ ਹੈ। ਔਰ ਸਫਲਤਾ ਹੀ ਇਹ ਹੈ ਕਿ ਅਸੀਂ ਭਾਵੇਂ ਛੋਟੇ ਪੱਧਰ 'ਤੇ ਹੋਈਏ ਅਤੇ ਭਾਵੇਂ ਵੱਡੇ ਪੱਧਰ 'ਤੇ ਹੋਈਏ, ਸਾਡੇ ਆਚਰਣ ਦੇ ਵਿੱਚੋਂ ਇਹ ਗੁਰੂ ਕੀ ਕਲਾਵਾਂ ਵਰਤਦੀਆਂ ਰਹਿਣਾ। ਅਸੀਂ ਕਿਤੇ ਵੀ ਕਦਮ ਧਰੀਏ, ਜਿੰਨੇ ਜੋਗੇ ਹਾਂ, ਇਹ ਨਹੀਂ ਕਿ ਅਸੀਂ ਪਹਾੜ ਝੁਕਾਂਗੇ, ਜੋ ਵੀ ਹਾਂ ਅਸੀਂ ਕਰੀਏ। ਇੱਥੋਂ ਇੱਕ ਨਿੱਕੀ ਜਿਹੀ ਗਾਥਾ ਚੇਤੇ ਨੂੰ, ਸ਼ਾਇਦ ਆਪ ਨੂੰ ਵੱਡੇ ਨੂੰ ਪਤਾ ਹੋਵੇ, ਲੋਕ ਨੂੰ ਇਤਿਹਾਸ ਕਹਿੰਦੇ, ਪਤਾ ਨਹੀਂ। ਮੈਨੂੰ ਉਹਨਾਂ ਦਰਸ਼ਨ 'ਚੋਂ ਕੁਝ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਫਿਲਾਸਫੀਕਲ ਹੁੰਦੀਆਂ ਨੇ। ਕ੍ਰਿਸ਼ਨ ਜੀ ਦੇ ਜੀਵਨ ਦੀ ਗਾਥਾ ਹੈ। ਜਦੋਂ ਅਜੇ ਗਵਾਲੇ ਦੇ ਰੂਪ 'ਚ ਮਥੁਰਾ ਬਿੰਦਰਾਬਨ ਦੇ ਇਲਾਕੇ 'ਚ ਹੀ ਰਹਿੰਦੇ ਸਨ, ਅਤੇ ਕਿਉਂਕਿ ਸ਼ੁਰੂ ਤੋਂ ਹੀ ਇਹਨਾਂ ਦਾ ਅਵਤਾਰੀ ਮੰਡਲ ਹੈ, ਅਤੇ ਅਵਤਾਰਾਂ ਦੇ ਤੇ ਸ਼ੁਰੂ ਤੋਂ ਹੀ ਕਰਤੱਵ ਇਹੋ ਜਿਹੇ ਰਹਿੰਦੇ ਨੇ। ਇੱਕ ਵਾਰ ਮਥੁਰਾ ਦੇ ਇਲਾਕੇ 'ਚ ਬੜਾ ਮੀਂਹ ਪਿਆ। ਮੀਂਹ ਕਦਾ ਪਿਆ ਵੀ ਉਹ ਹਟੇ ਹੀ ਨਾ। 1 ਦਿਨ, 2 ਦਿਨ, 3 ਦਿਨ ਹੋ ਗਏ, 4 ਦਿਨ ਹੋ ਗਏ। ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ। ਅਤੇ ਤਦ ਤੱਕ ਕਾਨ੍ਹਾ ਦੀ ਮਸ਼ਹੂਰੀ ਤੇ ਬਥੇਰੀ ਸੀ ਕਿ ਕਾਨ੍ਹਾ ਸਭ ਕੁਝ ਕਰ ਲੈਂਦੇ ਨੇ। ਇਹ ਨਦੀ 'ਚੋਂ ਕਾਲੀ ਦਾ ਸਿਰ ਫੇਕ ਕੇ ਗੇਂਦ ਲੈ ਆਉਂਦੇ ਨੇ, ਬੜਾ ਅਚੰਭਤ ਕਰ ਦਿੰਦੇ ਨੇ। ਲੋਕ ਇਕੱਠੇ ਹੋਏ, ਕਹਿਣ ਲੱਗੇ ਕਾਨ੍ਹਾ ਤੂੰ ਤੇ ਰੱਬ ਦਾ ਰੂਪ ਹੈ, ਤੇਰੀ ਰੱਬ ਮੁੜਦਾ ਨਹੀਂ, ਇੰਝ ਘਰ ਕੀ ਆ, ਮੀਂਹ ਹਟ ਜੇ, ਕੋਈ ਪ੍ਰਬੰਧ ਕਰ। ਕਹਿਣ ਲੱਗਾ ਮੀਂਹ ਹਟ ਨਹੀਂ ਸਕਦਾ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਕੁਦਰਤ ਹੈ, ਇਹ ਰੱਬ ਦੀ ਕਰਨੀ ਹੈ। ਕਿਸੇ ਬੰਦੇ ਦੀ ਕੀਤੀ ਹੋਵੇ, ਕਿਸੇ ਹੋਰ ਤਾਕਤ ਦੀ, ਦੇਵ ਦੈਂਤ ਦੀ ਹੋਵੇ, ਤੁਸੀਂ ਆਪਾਂ ਕਰੀਏ, ਇਹ ਮੀਂਹ ਰੱਬ ਦੀ ਕਰਨੀ ਹੈ, ਭੈਣ ਦਿਓ। ਕਹਿਣ ਲੱਗੇ ਡੁੱਬ ਜਾਵਾਂਗੇ, ਕੋਈ ਛਤਰੀ ਤੇ ਛਾਂ 'ਤੇ ਕਰ। ਕਾਨ੍ਹਾ ਆਪਣੇ ਰੂਪ 'ਚ ਹੈ, ਪੁਰਾਣੇ ਗਾਥਾਵਾਂ 'ਚ ਇੱਕ ਉਹਨੂੰ ਬਿੰਦਰਾਬਨ ਪਹਾੜ ਹੀ ਚੁੱਕ ਲਿਆ, ਥੱਲੇ ਆ ਜਾਓ।
ਜਿਵੇਂ ਛਤਰੀ ਹੁੰਦੀ ਨਾ, ਬਣਾ ਦਿੱਤੀ, ਲਓ ਜੀ ਆ ਜਾਓ। ਹੁਣ ਪਹਾੜ ਉਹਨੇ ਚੁੱਕ ਲਿਆ, ਲੋਕ ਥੱਲੇ ਆ ਗਏ, ਬਚ ਗਏ ਮੀਂਹ ਤੋਂ। ਇੱਕ ਸਮਾਂ ਨਿਕਲਿਆ, ਇੱਕ ਪਹਿਰ, 2 ਪਹਿਰ ਹੋ ਗਏ, 2.5 ਪਹਿਰ ਹੋ ਗਏ। ਜੇ ਉਹ ਜਿਹੜੇ ਉਹਦੇ ਸਾਥੀ ਸੀ ਨਾ, ਉਹਦੇ ਨਾਲ ਖੇਡਦੇ ਸੀ, ਸੰਗੀ ਸਾਥੀ, ਆਪਾਂ ਦੋਸਤ ਮਿੱਤਰ ਕਹੇ ਨੇ, ਉਹਨਾਂ ਸੋਚਿਆ ਵੀ ਇਹ ਕਾਹਨਾ ਇਕੱਲੇ ਨੇ ਪਹਾੜ ਚੁੱਕਿਆ, ਥੱਕ ਗਿਆ ਹੋਣਾ ਅਤੇ ਅਸੀਂ ਕੋਈ ਇੰਤਜ਼ਾਮ ਕਰੀਏ। ਉਹਨਾਂ ਦੇਖਿਆ ਵੀ ਜ਼ਮੀਨ ਤੋਂ ਕਿੰਨਾ ਕੁਚਾ ਚੁੱਕਿਆ, ਉਹਨੇ ਕੋਈ ਬਾਂਸ, ਟੰਬੇ, ਬੱਲੀਆਂ ਲੈ ਕੇ ਆ ਗਏ, ਲੈ ਕੇ ਲਗਾ ਦਿੱਤੇ। ਕਹਿਣ ਲੱਗੇ ਕਿ ਕਾਹਨਾ ਹੱਥ ਨੀਵਾਂ ਕਰ ਲਿਆ, ਅਸੀਂ ਇੰਤਜ਼ਾਮ ਕਰ ਦਿੱਤਾ, ਅਸੀਂ ਬਾਂਸ ਬੱਲੀ ਲਗਾ ਦਿੱਤੀ ਹੈ, ਹੁਣ ਪਹਾੜ ਟਿਕ ਜਾਏਗਾ। ਉਹਨੇ ਹੱਥ ਨੀਵਾਂ ਕੀਤਾ, ਸਭ ਚਰਮਰਾ ਕੇ ਟੁੱਟ ਗਈਆਂ। ਫਿਰ ਚੁੱਕ ਲਿਆ, ਫਿਰ ਢਹਿ ਕੇ ਪੈਰੀਂ ਪੈ ਗਏ, ਅਸੀਂ ਗਲਤੀ ਕਰ ਬੈਠੇ। ਕਹਿਣ ਲੱਗੇ ਨਹੀਂ, ਤੁਸਾਂ ਉੱਦਮ ਕੀਤਾ, ਗਲਤੀ ਨਹੀਂ ਕੀਤੀ। ਤੁਸਾਂ ਇਹ ਵੀ ਨਹੀਂ ਪਰਵਾਹ ਕੀਤੀ ਕਿ ਪਹਾੜ ਹੈ, ਪਹਾੜ ਨੂੰ ਰੋਕਣ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਤੁਹਾਡੀ ਕੋਸ਼ਿਸ਼ ਨੂੰ ਫਲ ਲੱਗਣਾ ਚਾਹੀਦਾ। ਇਹ ਜ਼ਰੂਰ ਨਹੀਂ ਕਿ ਅਸੀਂ ਪਹਾੜ ਚੁੱਕ ਲਾਂਗੇ। ਠੀਕ ਹੈ, ਪਹਾੜ ਅਵਤਾਰੀ ਮੰਡਲਾਂ ਦੀ ਗਾਥਾ ਹੈ, ਲੋਕ ਮਿਥਿਹਾਸ ਵੀ ਕਹਿ ਸਕਦੇ, ਇਤਿਹਾਸ ਵੀ ਕਹਿ ਦੇਣ, ਉਹ ਆਪੋ ਆਪਣੀ ਮਨੌਤਾਂ ਨੇ। ਅਸੀਂ ਤੁਸੀਂ ਪਹਾੜ ਨਹੀਂ ਚੁੱਕ ਸਕਦੇ, ਕਮ ਸੇ ਕਮ ਬਾਂਸ 'ਤੇ ਲਗਾ ਸਕਦੇ ਹਾਂ, ਬੱਲੀ 'ਤੇ ਲਗਾ ਸਕਦੇ ਹਾਂ। ਜਿਤਨਾ ਕੁ ਸਾਡੇ ਵੱਸ ਵਿੱਚ ਹੈ ਉਹ 'ਤੇ ਕਰ ਸਕਦੇ ਨਾ। ਕ੍ਰਿਸ਼ਨ ਕਹਿਣ ਲੱਗੇ ਬਸ ਕਰਮ ਯੋਗੀ ਉਹ ਹੁੰਦਾ ਏ ਜੋ ਜਿਤਨਾ ਕਰ ਸਕਦਾ ਹੈ ਉਤਨਾ ਕਰੇ। ਅਸੀਂ ਸਮਗਰ ਸਾਰਾ ਨਹੀਂ ਕਰ ਪਾਵਾਂਗੇ, ਸਾਨੂੰ ਵੀ ਪਤਾ ਹੈ, ਪਰ ਜੋ ਕੁਛ ਕਰ ਸਕਦੇ ਹਾਂ ਉਹ 'ਤੇ ਕਰੀਏ। ਆਪਣਾ ਜਿਤਨਾ ਹੈ ਉਹ ਪੂਰਾ ਪਾ ਦਈਏ। ਔਰ ਜਦੋਂ ਅਸੀਂ ਆਪਣਾ ਕੰਮ ਕਰਨ ਲੱਗ ਪੈਂਦੇ ਹਾਂ ਅਤੇ ਹਰ ਕੋਈ ਜੀ ਆਪਣਾ ਕੰਮ ਕਰੀ ਜੇ, ਅਤੇ ਫਿਰ ਸਮਝੀ ਕਿੰਨੀ ਤਾਕਤ ਵੱਡੀ ਹੋ ਜਾਏਗੀ। ਫਿਰ ਕਿਧਰੇ ਕੋਈ ਐਸਾ ਗੱਲ ਹੋਵੇਗੀ ਨਹੀਂ ਕਿ ਨਹੀਂ, ਬਸ ਅਸਾਂ ਨੇ ਆਪਣਾ ਘਰ ਬਚਾ ਲੈਣਾ। ਆਪਣਾ ਘਰ ਬਚਾ ਲਾਂਗੇ ਅਤੇ ਨਗਰ ਆਪੇ ਬਚ ਜਾਏਗਾ। ਅਤੇ ਜੇ ਅਸੀਂ ਆਪਣਾ ਘਰ ਨਾ ਬਚਾ ਸਕੇ ਅਤੇ ਕਿ ਪਿੰਡ ਬਚ ਜੇ, ਪਿੰਡ ਬਚ ਜੇ, ਨਹੀਂ ਬਚੇਗਾ, ਕਿਉਂਕਿ ਸਾਡਾ ਘਰ ਵੀ ਪਿੰਡ ਦਾ ਇੱਕ ਹਿੱਸਾ ਹੈ। ਅਤੇ ਜੇ ਸਾਡੇ ਘਰ ਚੋਰੀ ਹੋ ਗਈ ਤਾਂ ਸਮਝ ਲਓ ਪਿੰਡ ਵਿੱਚ ਚੋਰੀ ਹੋ ਗਈ, ਕਿਉਂਕਿ ਪਿੰਡ ਵਿੱਚ ਚੋਰੀ ਆਖਰ ਕਿਸੇ ਘਰ 'ਚ ਹੀ ਹੋਣੀ ਨਾ। ਸਾਡੇ ਘਰ ਵਿੱਚ ਚੋਰੀ ਹੋ ਰਹੀ ਹੈ ਅਤੇ ਲੰਬੋ ਪਿੰਡ ਵਿੱਚ ਚੋਰੀ ਹੋ ਰਹੀ ਹੈ। ਅਤੇ ਜੇ ਅਸੀਂ ਪਿੰਡ ਬਚਾਉਣਾ ਹੈ ਤਾਂ ਆਪਣਾ ਘਰ ਬਚਾ ਲਓ। ਅੱਜ ਜੇ ਆਪਾਂ ਦੁਨੀਆ ਬਚਾਉਣੀ ਹੈ, ਸੰਸਾਰ ਬਚਾਉਣਾ ਹੈ, ਤਾਂ ਆਪਣਾ ਘਰ ਬਚਾ ਲਓ। ਲੋਕ ਕਹਿੰਦੇ ਨੇ ਅਸੀਂ ਸੰਸਾਰ ਦਾ ਭਲਾ ਕਰਨਾ ਹੈ। ਕਿਸੇ ਦਾ ਭਲਾ ਕਿਤਨਾ ਕਰ ਪਾਵਾਂਗੇ, ਕੋਈ ਕਿਤਨਾ ਕਰ ਪਾਏਗਾ ਪਤਾ ਨਹੀਂ, ਬਸ ਆਪਣਾ ਭਲਾ ਕਰ ਲਈਏ। ਮਹਾਰਾਜ ਕਹਿਣ ਲੱਗੇ ਤੁਸੀਂ ਭਲਿਓ ਲੋਕਾਂ ਦੇ ਘਰ ਦੇਖਣ ਜਾਂਦੇ ਹੋ, ਲੋਕਾਂ ਦੇ ਘਰ ਝਾਤਾਂ ਪਾਉਂਦੇ ਹੋ, ਲੋਕ ਕੀ ਕਰਦੇ ਨੇ, ਕਿਵੇਂ ਕਹੋ ਆਪਣਾ ਘਰ ਬਚਾ ਲਓ। ਨਹੀਂ ਬੜੋਦਾ, ਬਸ ਆਪਣਾ ਆਪਣਾ ਕਰ ਲਓ ਇਹਨੇ। ਅਤੇ ਹਰ ਕੋਈ ਜੀ ਆਪਣਾ ਆਪਣਾ ਕੰਮ ਕਰ ਲਵੇ ਨਾ, ਅਤੇ ਫਿਰ ਕੁਝ ਕੰਮ ਬਾਕੀ ਰਹੇਗਾ ਹੀ ਨਹੀਂ। ਆਪਣਾ ਘਰ ਮੁਸਤ ਰਾਖ ਨਾ ਸਾਕੈਂ ਕੀ, ਪਰ ਘਰ ਜੋ ਹਨ ਲਾਗਾ। ਉਹ ਭਾਈ ਤੇਥੋਂ ਆਪਣਾ ਘਰ ਤੇ ਬਚਦਾ ਨਹੀਂ। ਤੇਰੇ ਘਰ ਤਾਂ ਚੋਰ ਲੱਗੇ ਪਏ ਨੇ, ਨਿੱਤ ਸੰਨ ਲੱਗੀ, ਸਾਮਾਨ ਤੇਰਾ ਬਾਹਰ ਜਾ ਰਿਹਾ, ਤੇਰਾ ਸਾਮਾਨ ਤੋਂ ਕਮਾਈ ਜਾ ਰਿਹਾ, ਤੇਰਾ ਸਾਮਾਨ ਲੋਕ ਚੁੱਕੀ ਜਾ ਰਹੇ ਨੇ। ਜਿਵੇਂ ਦਰਸ਼ਨ 'ਚ ਕਹਿੰਦੇ ਨਾ ਕਿ ਅੰਧਲਾ ਬੰਦਾ ਰੱਸੀ ਵੱਟੀ ਚਲਾ ਜਾ ਰਿਹਾ, ਪਿੱਛੇ ਬੱਚਾ ਖਾਈ ਜਾ ਰਿਹਾ, ਵੱਟੀ ਜਾ ਸਾਰੀ ਉਮਰ ਵੱਟਦਾ ਰਹੇ, ਬੱਚੇ ਨੇ ਖਾਈ ਜਾਣੀ ਹੈ। ਇਵੇਂ ਹੀ ਅਸੀਂ ਅੰਧਲੇ ਵਿਅਕਤੀਆਂ ਵਾਂਗ ਸਾਰੀ ਉਮਰ ਕਰਮ ਕਰਦੇ ਰਹਿੰਦੇ ਹਾਂ, ਪਿੱਛੇ ਹਉਮੈ ਈਰਖਾ ਦਾ ਬੱਚਾ ਹੈ ਖਾਈ ਜਾਂਦਾ ਸਾਡੇ ਕਰਮਾਂ ਨੂੰ। ਆਪਣਾ ਸਾਮਾਨ ਸਾਡੇ ਤੋਂ ਨਹੀਂ ਬਚ ਪਾ ਰਿਹਾ, ਅਸੀਂ ਆਪਣੇ ਆਪ ਦੇ ਵਿੱਚ ਨਹੀਂ ਕਰ ਪਾ ਰਹੇ। ਅਤੇ ਜੇ ਅਸੀਂ ਲੋਕਾਂ ਨੂੰ ਕਹਿੰਦੇ ਆਹ ਕਰ ਲਓ, ਆਹ ਕਰ ਲਓ, ਆਹ ਕਰ ਲਓ, ਲੋਕਾਂ ਦੇ ਘਰ ਕੀ ਹੋ ਰਿਹਾ, ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ, ਅਸੀਂ ਲੋਕਾਂ ਦੇ ਘਰ ਝਾਤ ਪਾ ਰਹੇ, ਲੋਕਾਂ ਦੇ ਘਰ ਝਾਕਣ ਜਾਂਦੇ ਹਾਂ। ਨਾ ਭਾਈ, ਸ਼ਾਇਦ ਇਸੇ ਕਰਕੇ ਇੱਕ ਬੜਾ ਪਿਆਰਾ ਬਚਨ ਹੈ ਕਿ ਜਦੋਂ ਅਸੀਂ ਪਰ ਤੋਂ ਬਚ ਜਾਂਦੇ ਨਾ, ਪਰਾਏ ਰੂਪ ਤੋਂ, ਪਰਾਏ ਧਨ ਤੋਂ, ਪਰਾਈ ਨਿੰਦਾ ਤੋਂ, ਪਰਾਏ ਸਾਰੇ ਜੋ ਵੀ ਪਰਾਇਆ ਹੈ, ਜਦੋਂ ਅਸੀਂ ਪਰ ਤੋਂ ਬਚ ਜਾਵਾਂਗੇ ਉਦੋਂ ਨਿਜ 'ਤੇ ਆ ਜਾਵਾਂਗੇ। ਬੜਾ ਪਿਆਰਾ ਜਿਹਾ ਬਚਨ ਹੈ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਜਿਹੜਾ ਵੀ ਪਰ ਤੋਂ ਬਚ ਜਾਂਦਾ ਹੈ ਉਹ ਰੱਬ ਦੇ ਨੇੜੇ ਪਹੁੰਚ ਜਾਂਦਾ ਹੈ। ਅਤੇ ਅਸੀਂ ਯਤਨ ਕਰੀਏ ਨਿੱਜੀ ਤੌਰ 'ਤੇ ਪਰ ਨਿੰਦਾ ਤੋਂ ਬਚੀਏ, ਪਰ ਤਨ ਤੋਂ ਬਚੀਏ, ਪਰ ਧਨ ਤੋਂ ਬਚੀਏ। ਜੇ ਕਰਨਾ ਹੈ ਨਾ ਤਾਂ ਇੱਕ ਪਰ ਉਪਕਾਰ ਕਰੀਏ, ਅਤੇ ਪਰ ਉਪਕਾਰ ਵੀ ਉਹੀ ਕਰ ਪਾਏਗਾ ਜੋ ਪਹਿਲਾਂ ਉਪਕਾਰ ਆਪਣੇ 'ਤੇ ਕਰੇਗਾ। ਅਤੇ ਜੇ ਆਪਣਾ ਭਲਾ ਨਹੀਂ ਹੋ ਪਾਇਆ, ਆਪਣਾ ਢਿੱਡ ਭਰਿਆ ਨਹੀਂ, ਆਪਣੇ ਬੱਚੇ ਭੁੱਖੇ ਨੇ,
ਤੇ ਤੁਸੀਂ ਬਾਹਰ ਵੰਡਣ ਜਾਂਦੇ ਹੋ, ਕੋਈ ਮਾਇਨੇ ਨਹੀਂ ਉਹਦਾ। ਆਪਣੇ ਘਰ 'ਚ ਬੰਦੇ ਰੁਲਦੇ ਪਏ ਨੇ, ਆਪਣੇ ਬੱਚਿਆਂ ਨੂੰ ਫੀਸ ਪੂਰੀ ਨਹੀਂ ਹੋ ਰਹੀ, ਬਾਹਰ ਤੁਸੀਂ ਨਾਅਰੇ ਤੇ ਜੈਕਾਰੇ ਲਗਾ ਰਹੇ ਹੋ, ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੀ ਮਿਲ ਨਹੀਂ ਰਹੀ, ਅਸੀਂ ਬਾਹਰ ਲੋਕਾਂ ਵਾਸਤੇ ਕਈ ਨਿਆਹ ਕਰ ਲਓ, ਆਹ ਕਰੋ। ਨਹੀਂ ਭਾਈ, ਤੁਸੀਂ ਬਹੁਤ ਕਰਨਾ ਹੈ ਤੇ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇ ਦਿਓ। ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇ ਦਿੰਦੇ ਹੋ, 2 ਬੱਚੇ ਪੜ੍ਹਾ ਦਿੰਦੇ ਹੋ, 1 ਬੱਚਾ ਪੜ੍ਹਾ ਦਿੰਦੇ ਹੋ, ਤੇ ਬਹੁਤ ਕੁਝ ਕਰ ਲੈਂਦੇ ਹੋ। ਯਤਨ ਕਰ ਸਕੀਏ ਗੁਰੂ ਨਾਨਕ ਦੇ ਉਪਦੇਸ਼ਾਂ ਨੂੰ ਆਪਣੇ ਸਮਝ। ਕੱਲ ਰੁਕੇ ਸਾਂ ਇੱਥੇ, ਮਨ ਰੇ ਸਮਝ, ਇਸ ਗੱਲ ਨੂੰ ਸਮਝਿਆ ਕਰ। ਕਵਨ ਕੁਮਤ, ਕਿਸ ਪਾਸੇ ਲੱਗ ਪਏ, ਮਨ ਰੇ ਸਮਝ ਕਵਨ ਮਤ ਲਾਗਾ। ਆਖਰ ਤੂੰ ਕਿਹੜੇ ਪਾਸੇ ਤੁਰ ਪਿਆ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਬਚਨ ਆਮ ਕਾਮਨ ਹੈ, ਮਨ ਰੇ ਕਵਨ ਕੁਮਤ ਤੈਲੀ ਨੇ, ਆਮ ਪ੍ਰਸਿੱਧ ਹੈ, ਪੜ੍ਹਦੇ ਹੁੰਦੇ ਆ। ਤੂੰ ਕਿਹੜੀ ਕੁਮਤ ਲੈ ਲਈ ਹੈ। ਕੁਮਤ ਦਾ ਮਤਲਬ ਮਾੜੇ ਪਾਸੇ ਲੱਗ ਪਿਆ। ਅੱਜ ਕਹਿੰਦੇ ਕਵਨ ਮਤ, ਤੂੰ ਕਿਹੜੀ ਮਤ ਲੈ ਲਈ, ਤੂੰ ਕਿਹੜੀ ਵਿਚਾਰ ਅਖਤਿਆਰ ਕਰ ਲਈ, ਕਿਹਨਾਂ ਦੇ ਮਗਰ ਲੱਗ ਤੁਰਿਆ। ਤੈਨੂੰ ਚਾਹੀਦਾ ਸੀ ਗੁਰੂ ਕੇ ਮਗਰ ਚੱਲਦਾ, ਕਿ ਤੂੰ ਗੁਰੂ ਦਾ ਛੱਡ ਕੇ, ਕਿਉਂਕਿ ਮਤ ਸਦਾ ਦੂਜਿਆਂ ਤੋਂ ਗ੍ਰਹਿਣ ਹੁੰਦੀ ਜੀ। ਯਾਦ ਰੱਖਣਾ, ਮਤ ਆਪਣੇ ਆਪ ਲੈ ਕੇ ਅਸੀਂ ਕੋਈ ਜਨਮ ਨਹੀਂ ਹੋਏ। ਜਨਮ ਤੋਂ ਲੈ ਕੇ ਕੋਈ ਵਿਅਕਤੀ ਕਿਸੇ ਵੀ ਮਤ ਮਤਾਂਤਰ ਦਾ ਧਾਰਨੀ ਨਹੀਂ ਹੁੰਦਾ। ਜਨਮ ਦੇ ਵੇਲੇ ਕੋਈ ਮਤ ਸਾਡੇ ਕੋਲ ਨਹੀਂ ਹੁੰਦੀ। ਮਤ ਰੂਪੀ ਭਾਂਡਾ ਸਾਡਾ ਬਿਲਕੁਲ ਖਾਲੀ ਹੁੰਦਾ ਹੈ। ਜੋ ਕੁਝ ਸਾਨੂੰ ਮਿਲਦਾ ਜਨਮ ਤੋਂ ਬਾਅਦ ਵਿੱਚ ਮਿਲਦਾ ਹੈ। ਜੋ ਕੁਝ ਗ੍ਰਹਿਣ ਹੁੰਦਾ ਹੈ ਉਹ ਜਨਮ ਤੋਂ ਬਾਅਦ ਵਿੱਚ ਹੀ ਹੁੰਦਾ ਹੈ। ਇਸੇ ਕਰਕੇ ਕਹਿੰਦੇ ਨੇ, ਅਗਰ ਕੁਝ ਸਿੱਖਣਾ ਹੈ, ਕਰਨਾ ਹੈ, ਤੇ ਚੰਗੇ ਪਾਸੇ ਚੱਲ। ਇਸੇ ਕਰਕੇ ਗੁਰਮਤ ਹੈ, ਦੁਰਮਤ ਹੈ, ਮਨਮਤ ਹੈ, ਕੁਮਤ ਹੈ, ਸੁਮਤ ਹੈ। ਮਤ ਦੇ ਨਾਲ ਕਈ ਨਾਮ ਹੋਰ ਜੁੜੇ ਹੋਏ ਨੇ। ਕਵਨ ਮਤ ਲਾਗਾ। ਹੁਣ ਕੀ ਕਰਨਾ ਸੀ ਕਿ ਲਗੇ ਨਾਮ ਵਿਸਾਰ ਅੰਧ ਰਸ ਲੋਭਾਨੇ। ਦੋ ਇਹ ਗਲਤ ਕੰਮ ਕਰ ਬੈਠਾ ਹੈ। ਤੂੰ ਨਾਮ ਨੂੰ ਭੁਲਾ ਦਿੱਤਾ ਹੈ। ਤੂੰ ਨਾਮ ਦਾ ਰਸ ਨਹੀਂ ਪ੍ਰਾਪਤ ਕਰ ਪਾਇਆ। ਨਾਮ ਵਿਸਾਰ ਅਨ ਰਸ ਭੁਲਾਨੇ। ਤੈਨੂੰ ਨਾਮ ਦੇ ਰਸ ਦਾ ਤੇ ਚੇਤਾ ਹੀ ਭੁੱਲ ਗਿਆ ਵੀ ਨਾਮ ਦਾ ਵੀ ਕੋਈ ਰਸ ਹੈਗਾ। ਨਾਮ ਦਾ ਰਸ ਤੈਨੂੰ ਕਦੇ ਆਇਆ ਨਹੀਂ, ਤੇ ਅਨ ਰਸਾਂ ਦੇ ਵਿੱਚ ਤੂੰ ਖਚਤ ਹੋ ਕੇ ਰਹਿ ਗਿਆ। ਫਿਰ ਪੁੱਛਤਾ ਹੈ, ਤੇ ਫਿਰ ਜਦੋਂ ਅੰਤ ਸਮਾਂ ਆਉਣਾ ਹੈ, ਤੈਨੂੰ ਪੁੱਛਿਆ ਜਾਣਾ ਨਾਮ ਰਸ ਕੈਸਾ ਹੈ, ਕਿ ਤੂੰ ਨਾਮ ਰਸ ਚੱਖਿਆ, ਤੇ ਫਿਰ ਕੀ ਜਵਾਬ ਦੇਵੇਂਗਾ ਕਿ ਨਹੀਂ, ਮੈਂ ਨਾਮ ਰਸ ਚੱਖਿਆ ਹੀ ਨਹੀਂ। ਨਾਮ ਰਸ ਤੱਕ ਪਹੁੰਚ ਹੀ ਨਹੀਂ ਬਣ ਪਾਈ, ਜਿਸ ਨੂੰ ਅਸੀਂ ਫਿਲਾਸਫੀ 'ਚ ਕਦੇ ਕਦੇ ਸਾਨੂੰ ਸਮਝਾਉਂਦੇ, ਜਦੋਂ ਅਸੀਂ ਕਿਤੇ ਇਹੋ ਜਿਹੀਆਂ ਵਧੇਰਿਆਂ ਦੀਆਂ ਸੰਗਤਾਂ ਕਰਦੇ ਹਾਂ ਨਾ, ਕਹਿਣ ਲੱਗੇ ਮੰਨ ਲਓ ਤੁਸੀਂ ਕਿਸੇ ਵੱਡੀ ਪਾਰਟੀ 'ਚ ਜਾਂਦੇ ਹੋ, ਉਹਨਾਂ ਨੇ ਖਾਣੇ ਦੇ ਬਹੁਤ ਸਾਰੇ 36 ਪ੍ਰਕਾਰ ਦੇ ਵਿਅੰਜਨ ਇੱਕ ਲਾਈਨ ਵਿੱਚ ਲਗਾ ਦਿੱਤੇ ਨੇ। ਅਸੀਂ ਕਹਿੰਦੇ 36 ਪ੍ਰਕਾਰ ਦੇ ਵਿਅੰਜਨ ਹੁੰਦੇ ਨੇ। 36 ਪ੍ਰਕਾਰ ਦੇ ਮੰਨ ਲਓ 36 ਟੇਬਲ ਤੁਹਾਡੇ ਅੱਗੇ ਲੱਗ ਗਏ। ਪਹਿਲੇ ਟੇਬਲ ਤੋਂ ਸਟਾਰਟ ਕੀਤਾ ਤਾਂ ਉੱਥੇ ਪਲੇਟ ਚਮਚ ਤੁਹਾਡੇ ਕੋਲ ਹੈ। ਤੁਸੀਂ ਪਹਿਲੇ ਟੇਬਲ ਤੋਂ ਦੂਜੇ ਤੀਜੇ ਟੇਬਲ ਤੋਂ ਆਪਣੀ ਪਲੇਟ ਭਰ ਲਈ, ਰੱਜ ਲਿਆ, ਖਾ ਲਿਆ, ਘਰ ਨੂੰ ਆ ਗਏ। ਦੂਜਾ ਬੰਦਾ ਗਿਆ ਤੀਜੇ ਚੌਥੇ ਤੱਕ ਪਹੁੰਚ ਗਿਆ, 5ਵੇਂ 7ਵੇਂ ਤੱਕ ਪਹੁੰਚ ਗਿਆ, ਕੋਈ 8ਵੇਂ 10ਵੇਂ ਤੱਕ ਪਹੁੰਚ ਗਿਆ। ਪਰ ਅੰਮ੍ਰਿਤ ਰਸ 36ਵੇਂ ਟੇਬਲ 'ਤੇ ਸੀਗਾ। ਤੁਸੀਂ ਜਾਂਦੇ ਹੋ ਉੱਥੋਂ ਦੂਜੇ ਚੌਥੇ ਤੋਂ ਖਾ ਕੇ ਆ ਜਾਂਦੇ ਹੋ, ਹਰ ਵਾਰੀ ਜਾਂਦੇ ਹੋ 5ਵੇਂ 7ਵੇਂ 'ਤੇ ਜਾ ਕੇ ਆ ਜਾਂਦੇ ਹੋ, ਹਰ ਵਾਰੀ ਜਾਂਦੇ ਹੋ, ਚੰਗੇ ਲੱਗਦੇ ਨੇ। ਹਰ ਪਦਾਰਥ ਦਾ ਆਪਣਾ ਸਵਾਦ ਹੈ। ਤੁਸੀਂ ਖਾ ਹੁੰਦੇ ਹੋ, ਮੁੜ ਕੇ ਚਲੇ ਜਾਂਦੇ ਹੋ, ਫਿਰ ਚਲੇ ਜਾਂਦੇ ਹੋ, ਕਿਤਨੇ ਕੁ ਗੇੜੇ ਮਾਰੋਗੇ, ਆਖਿਰ 36ਵੇਂ ਟੇਬਲ ਤੱਕ ਤਾਂ ਤੁਸੀਂ ਪਹੁੰਚੇ ਹੀ ਨਹੀਂ। ਅਖੀਰ ਤੁਹਾਨੂੰ ਪੁੱਛਿਆ ਜਾਏਗਾ ਕਿ ਆ ਕੀਤਾ ਜੇ, ਨਾਮ ਰਸ ਤੱਕ ਪਹੁੰਚੇ ਹੀ ਨਹੀਂ, ਕਿਉਂਕਿ ਤੁਸੀਂ ਹੇਠਲੇ ਰਸਾਂ ਵਿੱਚ ਹੀ ਇੰਨੇ ਖਚਤ ਹੋ ਗਏ ਹੋ, ਖੱਟੇ ਮਿੱਠੇ ਇੰਨੇ ਚੰਗੇ ਲੱਗੇ ਕਿ ਤੁਸੀਂ ਉਹਨਾਂ ਦੀ ਲਕੀਰ ਟੱਪ ਕੇ ਅੱਗੇ ਜਾ ਹੀ ਨਹੀਂ ਪਾਏ। ਸ਼ਾਇਦ ਇਸੇ ਕਰਕੇ ਜੇ ਅਧਿਆਤਮਿਕ ਗਿਆਨੀਆਂ ਦੇ ਦ੍ਰਿਸ਼ਟੀਕੋਣ ਵੇਖਾਂਗੇ ਨਾ, ਤੇ 9 ਰਸਾਂ ਦੇ ਕੁੰਡਲ ਹੁੰਦੇ ਨੇ। ਆ ਗੁਰਬਾਣੀ 'ਚ ਪੜ੍ਹਾਂਗੇ, ਨਾਮ ਰਸ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਪਹਿਲੇ ਰਾਗ ਸ਼ਰਾਬ ਚਿਕਰ ਹੈ ਨਾ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਸ ਪ੍ਰਕਾਰ ਦੇ 9 ਪ੍ਰਕਾਰ ਦੇ ਅਲੱਗ-ਅਲੱਗ ਰਸ ਹੁੰਦੇ ਨੇ, ਤੇ ਇਹਨਾਂ ਦੇ 4 ਲੈਵਲ ਹੁੰਦੇ ਨੇ, ਤਾਂ ਹੀ ਜਾ ਕੇ 36 ਵਿਅੰਜਨ ਬਣਦੇ ਨਾ। ਸਭ ਤੋਂ ਸਿਖਰ ਦਾ ਰਸ ਨਾਮ ਰਸ ਹੁੰਦਾ ਹੈ। ਅਸੀਂ ਤੋਂ ਤੱਕ ਪਹੁੰਚ ਹੀ ਨਹੀਂ ਬਣਾ ਪਾਏ। ਅਸੀਂ ਤੇ ਉਰਲੇ ਹੇਠਲੇ ਰਸਾਂ 'ਚ ਇੰਨੇ ਖਚਤ ਹੋ ਗਏ ਹਾਂ ਕਿ ਸਾਨੂੰ ਉੱਪਰਲੇ ਰਸਾਂ ਦਾ ਪਤਾ ਹੀ ਨਹੀਂ। ਤਾਂ ਹੀ ਕਹਿੰਦੇ ਕਿ ਬਿਲਾਵਲ 'ਚ ਬੜਾ ਪਿਆਰਾ ਬਚਨ ਹੈ, ਕਦੇ ਸਮਝ ਨਾ ਆਵੇ। ਗੁਰਮੁਖ ਜਨ ਵੀ ਸਾਡੇ ਵਾਂਗ ਇਸ ਘਰਾਂ 'ਚ ਰਹਿੰਦੇ ਨੇ। ਸੰਤ ਭਗਤ ਜਿਹੜੇ ਨੇ
ਸਾਡੇ ਤੁਹਾਡੇ ਵਾਂਗ ਘਰਾਂ ਵਿੱਚ ਰਹਿੰਦੇ ਨੇ ਪਰ ਨਾਮ ਰਸਤੇ ਧਾਰਨੇ ਨੇ। ਅਸੀਂ ਤੁਸੀਂ ਸੰਸਾਰ ਦੇ ਰਸਾਂ 'ਚ ਖਚਿਤ ਹੋਏ ਪਏ ਹਾਂ, ਜਿਹਨੂੰ ਕਵਨ ਮੈਂ ਕਿਹਾ ਕਵਨ ਮਤ, ਰਹਿੰਦੇ ਇਕੱਠੇ ਹਾਂ ਪਰ ਉਹਨਾਂ ਕੋਲ ਰਸ ਹੈ। ਪਤਾ ਕਿਉਂ? ਉਹ ਸਾਡੇ ਤੁਹਾਡੇ ਵਰਗੇ ਜੇ ਨਿਮਨ ਪ੍ਰਕਾਰ ਦੇ ਨੀਵੇਂ ਪੱਧਰ ਦੇ ਰਸ ਨੇ, ਉਹਨਾਂ ਦਾ ਧਿਆਨ ਇਹਨਾਂ ਵਿੱਚ ਜਾਂਦਾ ਹੀ ਨਹੀਂ। ਅਤੇ ਜੇ ਉਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਆਹ ਟੇਬਲ 'ਤੇ ਕਿਉਂ ਨਹੀਂ ਜਾਂਦੇ, ਕਹਿਣ ਲੱਗੇ ਸਾਨੂੰ ਪਤਾ ਇੱਥੇ ਕੀ ਹੈ। ਬੜਾ ਪਿਆਰਾ ਇੱਕ ਬਚਨ ਹੈ, ਚੱਖ ਛੋਡੇ ਅਸਾਂ ਸਾਰਿਆਂ ਦਾ ਸਵਾਦ ਲੈ ਕੇ ਛੱਡ ਦਿੱਤਾ ਹੈ। ਚੱਖ ਛੋਡੇ ਸਹਿਸਾ ਨਹੀਂ ਕੋਏ, ਸਾਨੂੰ ਸਭ ਪਤਾ ਹੈ, ਗਿਆਨੀਆਂ ਨੂੰ ਸੰਤ ਨੂੰ ਸਭ ਪਤਾ ਹੈ ਕਿ ਇਹਨਾਂ 36 ਟੇਬਲਾਂ ਤੋਂ 35 ਟੇਬਲਾਂ 'ਤੇ ਕੀ ਪਿਆ ਹੈ। ਉਹਨੂੰ ਪਤਾ ਹੈ ਕਿ ਸਭ ਉਹ ਰਸ ਨੇ ਜਿਹੜੇ ਖਾਧੇ ਫਿਰ 2 ਘੜੀਆਂ ਬਾਅਦ ਭੁੱਖ, ਫਿਰ ਕੋਈ 4 ਘੜੀਆਂ ਬਾਅਦ ਭੁੱਖ, ਕੋਈ 4 ਘੰਟੇ ਬਾਅਦ ਭੁੱਖ। ਇਹ ਉਹ ਪਦਾਰਥ ਨੇ ਜੋ ਕੁਝ ਸਮੇਂ ਲਈ ਤ੍ਰਿਪਤੀ ਤੇ ਦਿੰਦੇ ਨੇ ਪਰ ਕੁਝ ਸਮੇਂ ਬਾਅਦ ਫਿਰ ਭੁੱਖਿਆਂ ਹੋ ਜਾਂਦੇ ਆ। ਇਸੇ ਕਰਕੇ ਸੰਸਾਰ ਦੇ ਵਿਅਕਤੀ ਜਿਤਨੇ ਵੀ ਸਰੀਰਕ ਮੰਡਲ ਦੇ ਅਤੇ ਮਾਨਸਿਕ ਮੰਡਲ ਦੇ ਰਸ ਨੇ, ਅੱਜ ਤੱਕ ਕੋਈ ਰੱਜਿਆ ਨਹੀਂ। ਸਰੀਰਕ ਪ੍ਰਕਾਰ ਦੇ ਰਸ ਜਿਹੜੇ ਭੋਜਨਾਦਿਕ ਨੇ, ਮਨ ਦੇ ਤਮਾਮ ਰਸ ਨੇ, ਅਸੀਂ ਕੀ ਰੱਜੇ ਹਾਂ? ਅਸੀਂ ਕੀਰਤਨ 'ਚ ਕਦੇ ਕਦੇ ਸੁਣਦੇ ਹਾਂ। 2-3 ਦਿਨ ਪਹਿਲਾਂ ਭਾਈ ਸਾਹਿਬ ਕੀਰਤਨ ਕਰ ਸਾਂ ਕਿ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸੇ, ਕਿ ਸਾਡੀਆਂ ਅੱਖਾਂ ਸੰਸਾਰ ਦੇ ਇੰਨੇ ਰੰਗ ਦੇਖਦੇ ਕਿ ਰੱਜ ਗਈਆਂ। ਸਾਦੀ ਜੀਭ ਨ ਰੱਜਿਆ ਕਿ ਸਵਾਦ ਲੈ ਲੈ ਕੇ ਪਦਾਰਥਾਂ ਦੇ ਇੰਨੇ ਖਾਣੇ ਖਾਧੇ ਕਿ ਆਪਾਂ ਤ੍ਰਿਪਤ ਹੋ ਗਏ ਹਾਂ, ਕਿ ਅਸੀਂ ਇੰਨੇ ਪ੍ਰਕਾਰ ਦੇ ਸੁਗੰਧ ਦੁਰਗੰਧ ਪਤਾ ਲੱਗ ਗਏ ਕਿ ਆਪਾਂ ਖੁਸ਼ ਹੋ ਗਏ ਕਿ ਬਸ ਨਹੀਂ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਸੰਸਾਰ ਦੇ ਇਹਨਾਂ ਰਸਾਂ 'ਚ ਕੋਈ ਰੱਜਿਆ ਨਹੀਂ ਗਾ, ਤ੍ਰਿਪਤ ਨਹੀਂ ਹੋਇਆ। ਅਤੇ ਚੇਤਾ ਰੱਖਣਾ, ਤ੍ਰਿਪਤੀ ਜਾ ਕੇ ਸਭ ਤੋਂ ਉੱਪਰ ਦੇ 36ਵੇਂ ਮੰਡਲ ਵਿੱਚ ਹੈ। ਤ੍ਰਿਪਤੀ ਜਾ ਕੇ ਸਭ ਤੋਂ ਅਖੀਰ 'ਤੇ ਉਹ ਹੈ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਰਸ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਹੈ ਉਹ ਵੀ ਭੋਜਨ ਹੀ ਹੈ, ਉਹ ਵੀ ਇੱਕ ਰਸ ਹੀ, ਪਰ ਉੱਥੋਂ ਤੱਕ ਪਹੁੰਚਣਾ ਪੈਣਾ ਹੈ, ਨਹੀਂ ਤੇ ਪਛਤਾਵਾ ਬਣਿਆ ਰਹੇਗਾ। ਬਾਬਾ ਕਬੀਰ ਸਿੰਘ ਦਾ ਇੱਕ ਬਚਨ ਜਾ ਆਪ ਪਿੱਛੇ ਪੜ੍ਹ ਬੈਠੇ ਹੋ ਗਏ, ਗੌੜੀ ਵਿੱਚ ਜ਼ਿਕਰ ਸੀਗਾ, ਆਪ ਨੇ ਪੜ੍ਹਿਆ, ਰਾਰਾ ਰਸ ਨਿਰਸ ਕਰ ਜਾਣਿਆ। ਸੰਸਾਰ ਦੇ ਰਸਾਂ ਵਿੱਚ ਰਹਿੰਦਿਆਂ ਹੋਇਆਂ ਅਸਾਂ ਰਾਮ ਦੇ ਰਸ ਨੂੰ, ਵਾਹਿਗੁਰੂ ਜੀ ਦੇ ਨਾਮ ਰਸ ਨੂੰ, ਸਾਨੂੰ ਕਿਸ ਪੁੱਛਿਆ ਕਿ ਨਾ ਸਾਨੂੰ ਦੇ ਰਸ ਹੀ ਆ। ਸਾਡੇ 'ਚ ਬਹੁਤ ਸਾਰੇ ਜੀ ਆ ਕਿ ਮੈਂ ਕਰਨਾ ਸੀ ਉਹਨੂੰ ਚੰਗੇ ਮੰਦੇ ਆਪਣੇ ਨਜ਼ਰ ਨਾਲ ਕੀ ਦੇਵਾਂਗੇ, ਪਰ ਨਹੀਂ, ਅਵਸਥਾ ਭੇਤ ਹੈ। ਬਹੁਤ ਸਾਰੇ ਜੀ ਨੇ, ਅਸੀਂ ਆਪਣੇ 'ਚ ਵੇਖਾਂਗੇ ਨਾ, ਇੱਕ ਕਹੇਗਾ ਪਤਾ ਨਹੀਂ ਕੀਰਤਨ ਹੁੰਦਾ ਸਾਨੂੰ ਤੇ ਰਸ ਹੀ ਨਹੀਂ ਆਉਂਦਾ, ਹੈ ਨਾ, ਕੀਰਤਨ ਹੁੰਦਾ ਤੇ ਰਸ ਹੀ ਨਹੀਂ ਆਉਂਦਾ। ਕੋਈ ਕਹਿੰਦਾ ਜੀ ਕਥਾ 'ਚ ਸਾਨੂੰ ਤੇ ਰਸ ਹੀ ਨਹੀਂ ਆਉਂਦਾ, ਕੋਈ ਕਹਿੰਦਾ ਨਹੀਂ ਜੀ ਪਾਠ ਸੁਣਨ ਦਾ ਮਜ਼ਾ ਹੀ ਨਹੀਂ ਆਉਂਦਾ। ਸਾਡੇ ਵਿੱਚ ਹੀ ਇੱਕੇ ਮੰਡਲ ਵਿੱਚ ਵਿਚਰਨ ਵਾਲੇ ਜੀਆਂ ਦੇ ਵੀ ਟੇਸਟ ਵਿੱਚ, ਆਪਾਂ ਅੱਜ ਕੱਲ੍ਹ ਸ਼ਬਦ ਵਰਤਦੇ ਟੇਸਟ ਕਹਿੰਦੇ ਨੇ, ਰਸ ਕਹਿੰਦੇ ਨੇ ਆ, ਮਾਈਨਰ ਜਿਹਾ ਭੇਤ ਹੈ। ਇੱਕ ਵਿਅਕਤੀ ਕਹਿੰਦਾ ਜੀ ਪਾਠ ਜਿੰਨਾ ਮਰਜ਼ੀ ਕਰਾ ਲਓ, ਸੁਖਮਨੀ ਸਾਹਿਬ ਕੇ ਪਾਠ 4 ਵਾਰ ਕਰਾ ਲਓ, ਕਰ ਲਾਂਗੇ, ਬੜਾ ਆਨੰਦ ਆਉਂਦਾ ਹੈ। ਦੂਜਾ ਕਹਿੰਦਾ ਸਾਰਾ ਦਿਨ ਕੀਰਤਨ ਹੁੰਦਾ ਰਹੇ, ਸੁਣਦੇ ਰਹਾਂਗੇ, ਆਨੰਦ ਆਉਂਦਾ ਹੈ। ਤੀਜਾ ਕਹਿੰਦਾ ਨਹੀਂ ਜੀ ਆਪਾਂ ਤੇ ਵਾਹਿਗੁਰੂ ਜਪ 'ਚ ਬੜਾ ਆਨੰਦ ਆਉਂਦਾ ਹੈ। ਇਹ ਕਹਿੰਦਾ ਨਹੀਂ ਜੀ ਸਾਨੂੰ ਤਾਂ ਕਥਾ 'ਚ ਆਨੰਦ ਆਉਂਦਾ। ਅਸੀਂ ਇੰਨੇ ਕੁ ਥਾਂ 'ਚ ਵਿਚਰਨ ਵਾਲੇ, ਇੰਨਿਆਂ ਵਿੱਚ ਹੀ ਮਾਈਨਰ ਜੇ ਭੇਤ 'ਚ ਬੈਠੇ ਹੁੰਦੇ ਆ। ਪਤਾ ਕਿਉਂ? ਸਭ ਦਾ ਅਸੀਂ ਕਹਿ ਸਕਦੇ ਹਾਂ ਟੇਸਟ ਆਪੋ ਆਪਣਾ, ਆਪਾਂ ਸਮਝਣ ਵਾਸਤੇ ਇੱਦਾਂ ਕਹਿੰਦੇ ਨੇ ਵੀ ਹਰ ਇੱਕ ਦਾ ਟੇਸਟ ਆਪੋ ਆਪਣਾ, ਪਰ ਜੇ ਕਿਤੇ ਪਕੜਨ ਲੱਗੀਏ ਵਿੱਚ ਗਿਆਨ ਮੰਡਲ ਨੂੰ, ਤੇ ਸਭ ਦੀ ਅਵਸਥਾ ਆਪੋ ਆਪਣੀ ਆ, ਹਰ ਇੱਕ ਦੀ ਅਵਸਥਾ ਆਪੋ ਆਪਣੀ ਹੈ। ਜਿਹੜਾ ਸਿਰਫ ਵਾਹਿਗੁਰੂ ਸਿਮਰਨ ਨਾਮ 'ਚ ਰਸ ਲੈ ਰਿਹਾ, ਉਹਦੀ ਅਵਸਥਾ ਅਲੱਗ ਹੋਵੇਗੀ। ਕੀਰਤਨ ਸੁਣ ਕੇ ਮਗਨ ਹੋ ਗਿਆ, ਉਹਦੀ ਅਵਸਥਾ ਅਲੱਗ ਹੋਵੇਗੀ। ਕਥਾ ਵਿਚਾਰ 'ਚ ਮਗਨ ਹੋ ਗਿਆ, ਉਹਦੀ ਅਵਸਥਾ ਅਲੱਗ ਹੋਵੇਗੀ। ਅਜੇ ਪਾਠ ਕਰਨ 'ਚ ਰਸ ਲੈਂਦਾ, ਉਹਦੀ ਅਲੱਗ। ਅਤੇ ਸਾਡੇ 'ਚ ਇੱਕ ਉਹ ਵੀ ਹੈ, ਉਹਨੂੰ ਕਿਸੇ 'ਚ ਆਨੰਦ ਨਹੀਂ ਆਉਂਦਾ, ਉਹ ਕਹਿੰਦਾ ਜੀ ਬੋਰੀਅਤ ਹੈ। ਅਸਾਂ ਵੇਖੇ ਹੋਣੇ ਆਪਣੇ ਘਰਾਂ ਦੇ ਬੱਚਿਆਂ ਨੂੰ, ਸਾਡੇ ਨਾਲ ਸਾਰਿਆਂ ਨਾਲ ਵਾਪਰਦੀ ਹੈ। ਬੱਚੇ ਕਹਿੰਦੇ ਅੱਛਾ ਜਾਓ ਤੁਸੀਂ, ਤੁਹਾਨੂੰ ਛੱਡਦੇ ਨਹੀਂ ਗੁਰਦੁਆਰੇ, ਜੋੜੇ ਘਰ ਤੱਕ ਤਾਰ ਦਿਆਂਗੇ, ਗੇਟ 'ਤੇ ਲਾ ਦਿਆਂਗੇ, ਤੁਸੀਂ ਆਪਣਾ ਕਥਾ ਕੀਰਤਨ ਕਰਨਾ ਜੋ ਕਰ ਰਿਹਾ ਹੋ, ਸੁਣਨਾ ਜੋ ਸੁਣਿਆ ਹੋ, ਅਸੀਂ ਬਾਹਰ ਵੇਟ ਕਰਦੇ ਹਾਂ ਤੁਹਾਡਾ। ਉਹ ਘੰਟਾ ਪਰ ਗੱਡੀ 'ਚ ਬੈਠੇ ਰਹਿਣਗੇ, ਇੱਥੇ ਆ ਕੇ ਨਹੀਂ ਬੈਠਣਗੇ। ਪਤਾ ਕਿਉਂ? ਉਹਨਾਂ ਨੂੰ ਅਜੇ ਇੱਥੋਂ ਦਾ ਰਸ ਆਇਆ ਹੀ ਨਹੀਂ। ਮੰਨਦੇ ਨਹੀਂ ਗਏ, ਨਿੰਦਾ ਚੁਗਲੀ ਨਹੀਂ ਕਰਦੇ, ਸਾਡੇ ਆਪਣੇ ਨੇ, ਉਹ ਧੀਆਂ ਪੁੱਤਰ ਨੇ, ਪਿਆਰ ਵੀ ਕਰਦੇ ਨੇ, ਲੈ ਕੇ ਵੀ ਆਉਂਦੇ ਨੇ, ਛੱਡ ਲੈ ਕੇ ਵੀ ਜਾਂਦੇ ਨੇ, ਪਰ ਅੰਦਰ ਤਾਂ ਰਸ ਅਜੇ ਨਹੀਂ ਆਇਆ ਉਹਨਾਂ ਨੂੰ। ਅਜੇ ਦਰਵਾਜ਼ੇ ਤੱਕ ਆਉਂਦੇ ਨੇ, ਛੱਡ ਜਾਂਦੇ ਨੇ। ਲੈ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖੇ ਜੋ ਆਪਣੇ ਬਜ਼ੁਰਗਾਂ ਨੂੰ ਛੱਡ ਵੀ ਜਾਂਦੇ ਨੇ, ਲੈ ਕੇ ਆਉਂਦੇ। ਇੱਥੇ ਤਾਂ ਫਿਰ ਚਲੋ ਅਸੀਂ
ਆ ਵਿਦੇਸ਼ਾਂ ਦੇ ਵਿੱਚ ਜਿਹੜੇ ਦੂਰ ਦੁਰਾਡੇ ਹੁੰਦੇ ਨੇ, ਅਕਸਰ ਬਜ਼ੁਰਗਾਂ ਨੂੰ ਬੱਚੇ ਹੀ ਛੱਡਣ ਜਾਂਦੇ ਨੇ, ਛੱਡ ਵੀ ਆਉਂਦੇ ਨੇ, ਟਾਈਮ 'ਤੇ ਲੈ ਵੀ ਲੈਂਦੇ ਨੇ, ਔਰ ਉਹਨਾਂ ਸਮਾਂ ਕਈ ਵਾਰੀ ਤੇ ਉਹ ਬਾਹਰ, ਜਿਹਨੂੰ ਅਸੀਂ ਪਾਰਕਿੰਗ ਅੱਜ ਕੱਲ੍ਹ ਕਹਿੰਦੇ ਹਾਂ, ਪਾਰਕਿੰਗ 'ਚ ਹੀ ਬੈਠੇ ਰਹਿੰਦੇ ਨੇ, ਅੰਦਰ ਵੀ ਨਹੀਂ ਆਉਂਦੇ। ਗੁਰਦੁਆਰੇ ਵਿੱਚ ਹੀ ਆ ਗਏ ਨੇ ਪਰ ਅੰਦਰ ਨਹੀਂ ਆਉਂਦੇ। ਪੁੱਛੀਏ ਕਿਉਂ ਨਹੀਂ ਸਾਨੂੰ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਟੇਸਟ ਨਹੀਂ ਬਣਦਾ ਸਾਡਾ। ਗੱਲ ਤੇ ਰਸ 'ਤੇ ਟਿੱਕੀ ਹੈ। ਅਸਾਂ ਨੇ ਇਸ ਨੂੰ ਬੇਰਸ ਕਰਕੇ ਸਮਝ ਬੈਠੇ ਆ। ਤਾਂ ਜਿਸ ਵਕਤ ਆਏਗਾ ਸਾਨੂੰ ਪੁੱਛਿਆ ਜਾਏਗਾ, ਸ਼ਾਇਦ ਪਛਤਾਵਾਂਗੇ, ਫਿਰ ਪਛਤਾਹੇ, ਫਿਰ ਸਾਨੂੰ ਹੁਣ ਤੇ ਰਸ ਹੀ ਬੜਾ ਮਿੱਠਾ ਸੀ, ਕੀ ਕਰੀਏ? ਫਿਰ ਰਾਰਾ ਰਸ ਨਿਰਸ ਕਰ ਜਾਣਿਆ। ਫਿਰ ਕੀ ਕਰੀ? ਕਹਿਣ ਲੱਗੇ ਕਿ ਤਕੜਾ ਹੋਏ ਨਿਰਸ, ਇਹਨਾਂ ਨੂੰ ਥੋੜ੍ਹਾ ਜਿਹਾ ਨਾ ਤੂੰ ਝਾਟ। ਜਿਨ੍ਹਾਂ ਨੇ ਵੀ ਪਰਮੇਸ਼ਰ ਨਾਮ ਰਸ ਨੂੰ ਜਾਣਿਆ ਨਾ, ਉਹਨਾਂ ਨੇ ਇੱਕ ਵਾਰ ਇਹਨਾਂ ਸੰਸਾਰ ਦੇ ਪਦਾਰਥਾਂ 'ਚ ਥੋੜ੍ਹਾ ਕੌੜਾ ਘੁੱਟ ਭਰ ਕੇ ਇਹਨਾਂ ਦੇ ਰਸਾਂ ਨੂੰ ਛੱਡਿਆ ਇੱਕ ਵਾਰ, ਸੋ ਰਸ ਪਹਿਚਾਨਿਆ, ਉਸ ਰਸ ਵੱਲ ਧਿਆਨ ਕੀਤਾ। ਅੱਜ ਜਿਤਨੇ ਆਪਾਂ ਪੜ੍ਹਨ ਸੁਣਨ ਵਾਲੇ ਜੀ ਹਾਂ, ਅਸੀਂ ਦਾਅਵਾ ਤਾਂ ਨਹੀਂ ਕਰਦੇ ਨਾ ਕਿਸ ਨਾਮ ਰਸ ਆ ਗਿਆ, ਪਰ ਯਤਨ ਕਰ ਰਹੇ ਹਾਂ। ਕਥਾ ਕਰਕੇ ਵੀ ਇੱਕ ਯਤਨ ਹੈ, ਕਥਾ ਸੁਣ ਕੇ ਵੀ ਯਤਨ ਹੈ, ਇਹਨਾਂ ਬਾਣੀ ਪੜ੍ਹਨਾ ਸੁਣਦੇ ਇੱਕ ਯਤਨ ਹੈ ਕਿ ਮਹਾਰਾਜ ਕਿਰਪਾ ਹੋ ਜਾਏ, ਇੱਕ ਦਿਨ ਸਾਨੂੰ ਨਾਮ ਰਸ ਆਵੇ, ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਆਨੰਦ ਆ ਜਾਏ। ਪਰ ਤਾਂ ਹੀ ਸਾਨੂੰ ਕੁਝ ਸਮਾਂ ਤਾਂ ਦੇਣਾ ਪੈਣਾ ਨਾ। ਇਸ ਪਾਸੇ ਰਸ ਦੁਨੀਆ ਦੇ ਰਸਾਂ ਤੋਂ ਨਿਰਸ ਹੋਣਾ ਪੈਣਾ। ਲੋਕ ਇਸ ਵਕਤ ਹੋ ਸਕਦਾ ਕੋਈ ਖਾਣੇ ਪੀਣੇ 'ਚ, ਕੋਈ ਸੈਰ ਪਾਰਕਿੰਗ 'ਚ ਬੈਠਾ ਹੋਵੇ, ਨਹੀਂ ਅਸੀਂ ਕਹਿੰਦੇ ਨਾ ਭਾਈ ਅਭਿਆਸ ਨੂੰ ਦੇਖੀਦਾ, ਆ ਕੇ ਬੈਠੇ ਨੇ, ਸਮਝ ਆਇਆ ਨਹੀਂ ਆਇਆ ਕੋਈ ਗੱਲ ਨਹੀਂ, ਮੁਸ਼ੱਕਤ ਮਿਹਨਤ ਇਹੀ ਹੈ, ਮੁਸ਼ੱਕਤ ਕਰ ਰਹੇ ਨੇ, ਇੱਕ ਦਿਨ ਤੇ ਆਏਗਾ ਨਾ ਰਸ। ਹੋਏ ਨੇ ਰਸ ਸੋ ਰਸ ਪਹਿਚਾਨਿਆ, ਇੱਕ ਦਿਨ ਉਸ ਰਸ ਦੀ ਪਹਿਚਾਨ ਹੋ ਜਾਏਗੀ। ਤੇ ਜਿਸ ਦਿਨ ਇਹ ਰਸ ਛਾੜੇ ਉਹ ਰਸ ਆਵਾ। ਦੁਨੀਆ ਦੇ ਰਸ ਛੱਡੋਗੇ ਤੇ ਉਹ ਰਸ ਆਏਗਾ ਨਾ, ਇਹ ਤੇ ਕੰਮ ਕਰਨਾ ਪੈਣਾ। ਜਿਨੋਂ ਤੱਕ ਅਸੀਂ ਦੁਨੀਆ ਦੇ ਰਸਾਂ ਦੇ ਵਿੱਚ ਖਚਤ ਰਹਾਂਗੇ, ਇਹ ਵੀ ਨਹੀਂ ਛੱਡਾਂਗੇ ਤੇ ਉਹ ਵੀ ਆਏਗਾ। ਦੋ ਚੀਜ਼ਾਂ ਇਕੱਠੀਆਂ ਕਦੇ ਨਹੀਂ ਹੋਣੀਆਂ। ਇੱਕ ਮਿਆਨ ਵਿੱਚ ਕਹਿੰਦੇ ਨਾ, ਦੋ ਤਲਵਾਰਾਂ ਨਹੀਂ ਪੈਂਦੀਆਂ ਭਾਈ, ਇੱਕ ਰਸਤੇ ਤਿਆਗਣਾ ਹੀ ਪੈਣਾ ਨਾ। ਸਾਡੀ ਕੈਪੈਸਿਟੀ ਤੇ ਉਤਨੀ ਕੁ ਹੈ, ਤੇ ਕੀ ਖਾਣਾ ਤੁਹਾਨੂੰ ਪਤਾ ਹੋਣਾ ਚਾਹੀਦਾ। ਜਿਵੇਂ ਦਰਸ਼ਨ ਵਾਲੇ ਕਹਿੰਦੇ ਨਾ, 36 ਪ੍ਰਕਾਰ ਦੇ ਟੇਬਲਾਂ ਤੋਂ ਤੁਸੀਂ ਆਪਣੀ ਪਲੇਟ 'ਚ ਕਿਤਨਾ ਪਾਉਣਾ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੇ ਤੇ ਮਾਲਕਾਂ ਨੇ 36 ਤੇ 36 ਵਿਅੰਜਨ ਲਗਾ ਦਿੱਤੇ ਤੁਹਾਡੇ ਅੱਗੇ। ਹੁਣ ਤੁਸੀਂ ਪਹਿਲੇ ਪਦਾਰਥ 'ਤੇ ਖਾ ਕੇ ਅਟਕ ਕੇ ਮੁੜਿਆ ਤੇ ਉਹਨਾਂ ਦਾ ਕੀ ਕਸੂਰ? ਉਹ ਤਾਂ ਕਹਿਣਗੇ ਅਸੀਂ ਤੇ ਸਾਰੇ ਪਦਾਰਥ ਲਗਾਏ ਸੀ, ਤੁਹਾਡੀ ਮਰਜ਼ੀ। ਹੁਣ ਤੁਸੀਂ ਜਾ ਕੇ 20ਵਾਂ ਨੰਬਰ ਦਾ ਖਾ ਲਓ, 25ਵੇਂ ਦਾ ਖਾ ਲਓ, ਹੋ ਸਕਦਾ 34ਵਾਂ ਖਾ ਆਓ, 36ਵਾਂ ਫਿਰ ਰਹਿ ਗਿਆ। ਇਹ ਪਤਾ ਹੋਣਾ ਚਾਹੀਦਾ ਮੈਂ ਕਿਸ ਦਾ ਗਾਹਕ ਆ, ਮੈਨੂੰ ਕੀ ਚਾਹੀਦਾ। ਦੁਕਾਨ 'ਤੇ ਬਹੁਤ ਕੁਝ ਪਦਾਰਥ ਭਰੇ ਪਏ ਨੇ, ਸਾਨੂੰ ਪਤਾ ਹੋਣਾ ਹੁੰਦਾ ਨਾ ਬਾਜ਼ਾਰ 'ਚ ਅਸੀਂ ਕੀ ਲੈਣ ਜਾਣਾ। ਅਗਲਾ ਤਾਂ 100 ਚੀਜ਼ਾਂ ਦਿਖਾਏਗਾ, ਅਸੀਂ ਕਿੰਨਾ ਭਾਈ ਸਾਨੂੰ ਫਲਾਣੀ ਵਸਤੂ ਦਿਖਾ। ਇਸੇ ਤਰ੍ਹਾਂ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਇੱਥੇ ਨਾਮ ਰਸ ਲੈਣ ਆਏ ਹਾਂ, ਤੇ ਮਾਤ ਲੋਕ ਤੇ ਜਨਮ ਮਿਲਿਆ, ਜਿਸ ਜਲ ਨਿਤ ਕਾਰਨ ਤੁਮ ਜਗ ਆਏ। ਉਹ ਭਲਿਓ ਮਾਤ ਲੋਕ ਤੇ ਜਨਮ ਮਿਲਿਆ ਏ, ਕਾਹਦੇ ਵਾਸਤੇ ਮਿਲਿਆ? ਨਿੰਦਾ ਚੁਗਲੀ ਲੜਨ ਭਿੜਨ ਲਈ ਨਹੀਂ ਮਿਲਿਆ। ਇਹ ਗੁਰੂ ਤੋਂ ਨਾਮ ਰਸ ਲੈਣ ਲਈ ਪਾਏ, ਅੰਮ੍ਰਿਤ ਨਾਮ ਪ੍ਰਾਪਤ ਹੋਣ ਲਈ ਪ੍ਰਾਪਤ ਹੋਏ। ਇਹਨੂੰ ਕਹਿੰਦੇ ਨਾ, ਅਵਰ ਕਾਜ ਤਰੀਕੇ ਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਗ ਜਾਮ ਲਾਗ, ਭਵਜਲ ਤਰਨ ਕਹਿ। ਨਹੀਂ ਤੇ ਕੀ ਹੋਏਗਾ? ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਇਹ ਜਨਮ ਬਿਰਥ ਜਾਤ ਤੇ ਰਿਹਾ, ਇਹ ਸਮਾਂ ਤੇ ਡੁੱਲੀ ਰਿਹਾ। ਅਸੀਂ ਜਪੀਏ ਤੇ ਭਾਵੇਂ ਨਾ ਜਪੀਏ, ਸਮਾਂ ਤੇ ਬਤੀਤ ਹੋ ਹੀ ਜਾਣਾ। ਜਿਵੇਂ ਸਾਡੇ ਸਾਹ ਤੇ ਚੱਲਦੇ ਟਿਕ ਟਿਕ ਦੀ ਘੜੀ ਨੇ, ਤੇ ਆਪਣਾ ਕੰਮ ਕਰ ਹੀ ਦੇਣਾ। ਤੁਸੀਂ ਵਾਹਿਗੁਰੂ ਕਹੀਏ, ਅਸੀਂ ਵਾਹਿਗੁਰੂ ਨਾ ਕਹੀਏ, ਫਿਰ ਵੀ ਸ਼ਾਮ ਤੇ ਪੈ ਹੀ ਜਾਣੀ ਨਾ। ਤੇ ਸ਼ਾਮ ਤੋਂ ਬਾਅਦ ਦਿਨ ਮੁੜ ਕੇ ਤੇ ਕਦੇ ਨਹੀਂ ਆਉਣਾ। ਫਿਰ ਪਛਤਾਵਾ ਰਹਿਣਾ, ਹਾਏ ਕਰ ਲੈਂਦੇ ਤੇ ਚੰਗਾ ਸੀ, ਜਪ ਲੈਂਦੇ ਤੇ ਚੰਗਾ ਸੀ। ਤੇ ਜਦੋਂ ਉਹਨੇ ਪੁੱਛਣਾ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਫਿਰ ਕੀ ਕਵਾਂਗੇ? ਇੰਨੇ ਸਾਲ ਕਿਤੇ ਗਿਣਤੀ ਮਿਣਤੀ ਕਰਕੇ ਦੇਖਣਾ। ਮੰਨ ਲਓ ਸਾਡੇ ਕੋਲ 50 ਸਾਲ ਅਸੀਂ ਹੰਡਾ ਲਏ, 50 ਚੋਂ ਚਲੋ ਛੱਡ ਦਈਏ 10 ਬਚਪਨ ਦੇ, 15 ਛੱਡ ਦਿਓ ਨਾਦਾਨੀਆਂ ਦੇ ਵਿੱਚ, ਤੇ 35 ਸਾਲਾਂ ਨੂੰ ਘੰਟਿਆਂ ਮਿੰਟਾਂ ਨੂੰ ਜੋੜ ਕੇ ਦੇਖਣਾ ਕਿੰਨੇ ਸਾਹ ਅਸਾਂ ਲਏ ਨੇ। ਮੰਨਦੇ ਹੋ ਨਾ ਕਿਤਨੇ ਸਾਹ? ਇਹ 24 ਘੰਟਿਆਂ 'ਚ ਕਹਿੰਦੇ ਨਾ 24,000, ਇੱਕ ਘੰਟੇ 'ਚ 1000 ਸਾਹ ਹੋ ਗਿਆ। ਕਿਤਨੇ ਹਜ਼ਾਰ ਸਾਹ ਅਸੀਂ ਲੈ ਲਏ। ਕਿ ਇਤਨਾ ਤੋਂ 10ਵਾਂ ਹਿੱਸਾ ਵਾਹਿਗੁਰੂ ਕਿਹਾ? ਕਿਦਾ ਕੁਝ ਹਿੱਸਾ ਹੀ ਵਾਹਿਗੁਰੂ ਕਿਹਾ? ਨਹੀਂ ਕਹਿੰਦੇ। ਫਿਰ ਪਛਤਾਉਣਾ ਤਾਂ ਪਏਗਾ ਨਾ, ਜਦੋਂ ਮਾਰ ਪਏਗੀ ਕਿ ਜਪਿਆ ਤੂੰ, ਫਿਰ ਪਛਤਾ ਹੈ ਭਾਗਾ।
फिर कहन लगे ਇਹ रस छाड़े ਉਹ रस आवा ते एक बार जिसनों ਉਹ रस आ गया ਉਹ रस पिया ਇਹ रस नहीं पावा। जिन्होंने उतला नाम रस आ जाता है फिर दुनिया के रसां कसां च कदे खचत नहीं होंदे। तां गुरु नानक साहब कहन लगे भलिओ कवन मत लागा ਉਹ तू ਕਿਹੜੀ मत च पै गया छड्ड दुनिया के निंदा चुगली के रसां नूं आ दुनिया की कुर्सियां करसियां के रसां नूं छड्ड ते रहने इदां मुक जाने ने। आखिर बंदा मुक जांदा झगड़े मुक्के ने। आ जमीन दी वट्टां उत्थे ही पईयां रह गईयां ने सरहदां उत्थे ही रह गईयां ने सदियां हो गईयां लोकां नूं लड़दियां पिड़दियां। असीं पिंडां च देखिआ पिछतां गुजर जांदियां ने एक चक्रोट ते लड़दियां लड़दियां सड़क ते चक्रोट उत्थे ही रहिंदा है पीढ़ियां बर्बाद कर बैठदे ने। किसी दे हिस्से की हुंदा है सिवाए मौत तो बाकी रहिंदे पछतावे तो बाकी रहिंदे तो दुख ते कलेश तो। यतन कर सकीए आखिर असीं की लेके जा रहे हैं की कर रहे हैं महाराज कवन मत लागा की कर रहे हैं पछताएगा फिर एक दिन। यतन कर सकी पछताउणा ना पवे उच्चे ठी नाम रस प्राप्त करने की कोशिश करिए महाराज किदां करिए। कहन लगे हुण देख तेरा सुभाव किहो जिहा बन गया अपने सुभाव नूं किते परखना। आवत कौ हरख साडे सुभाव दा एक बहुत वड्डा हिस्सा कुछ आउंदा है कुछ मिलदा है ते बड़े खुश हुंदे आ। आवत कौ हरख जात कौ रोवें ते जदों पदार्थ चला जांदा है असीं रोण लग पैंदे आ। घर च किसी का जन्म हुंदा है ते खुशी हुंदी है जदों चला जांदा ते रोण लग पैंदे आ। साडा काम ते नहीं है ना। आवत कौ हरख बड़ा मनोविग्यानिक सूत्र है। आवत कौ हरख जात कौ रोवें और इसनूं हर पद्धर ते वरतिया जांदा है। सानूं पदार्थ मिलदा है बड़े खुश होने चार पैसे आउंदे ने बड़े खुश होने ने सामान घर विच आउंदा है बड़े खुश होने आ। जदों ही सामान किसी कारण वापस जांदा है बड़े परेशान होने आ। जदों जी वापस जाते ने फिर बड़े परेशान होने रोण पिटन लगदे आ। असीं पढ़दे हैं ना संसार च ऐसा वरतिया देखिया। गुरु नानक साहब दी साखियां चों एक गाथा असीं पढ़ी ना गुरु नानक साहब ते मरदाना जी अजे विचरना शुरू ही कीता है ते एक नगर च लंघ रहे ने। मरदाना कहंदे बाबा भुख जी लग गई है। सतगुरु कहने के जा फिर देखिया भाई पर मंगी कुछ ना बोली कुछ ना कोई गलबात ना करी चुप रही। जाके देखदा है एक गली च बड़े ढोल ढमक्का है लोग नच गए गा रहे बधाइयां दे रहे। पुछया की होया कहन लगे सामने घर है इन्हां दे घर बालक दा जन्म होया। बड़ियां खुशियां रौनकां बधाइयां मिठाइयां सब कुछ हो रहा है पर बाबे ने कहा असीं मरदाने कुछ अपने मुखों बचन ना कहीं देखदा रही। कोई देखदा रहा देखदा रहा देखदा रहा उन्हां बड़ियां बधाइयां सवेर तो दोपहर हो गई शाम तक खाने पीने गाने बजाने बधाइयां हो रही नच गाना हो रहा है। देख के आ गया फिर देखने चला गया अगले दिन देखिया उत्थे रोना पिटना मचिया हाहाकार मची पई है। जिहड़े कल नच टप रहे सी गा बजा रहे सी अज रो रहे ने परेशान हो रहे ने। हुणे ने पुछया जी की हो गया कहन लगे जिहड़ा जन्म है सी चलाना कर गया। वही लोक ने वही बालक है जो आया तो खुशियां सी गए तो गमियां ने। साडे च यही हालत है। साडा मनोविग्यानिक पक्ष सब का इक्को जिहा ही है। बस इसनूं आपां की बदल पा रहे हैं इसनूं बदलना है। असीं अपने शरीर नूं नहीं बदल पावांगे ना तो असीं अपने किरतां नूं बदल पावांगे। ठीक है रोजी रोटी एक नहीं करोगे दूजी कोई किरत करोगे रोजी रोटी तो कमाओगे। याद रखना असीं अपने परिवार नहीं बदलने देश नहीं बदलना धर कुछ नहीं बदलना। इस सुभाव नूं बदल सकदे हो तो बदलो। अपने अंदर की कितनी को मजबूती है टिकाओ ठहराओ कितना कह कि पदार्थ मिले तो नचिए टपीए ना तो पदार्थ जावे तो रोइए पिटीए ना। और यही साडे मन का पैमाना है कि सानू कुछ मिलता है तो किसी नचदे टपदे आ किसी असीं अपनी हद्दां अपनी जो साड़ियां सीमावां ने वो तोड़ बैठने हैं। बहुत ही अक्सर वार असीं जदों घर खुशियां होंदियां आ वड्डे वड्डे घरां च वेखिया उंज बाहर वड्डे वड्डे लैक्चर होणगे मर्यादा दे नां ते आ कर दिओ जी आ कर दिओ जी ते अपने घर गल कहण लगे की करिए बच्चे नहीं मनदे फिर असीं इत्थे आके कर देने। क्यों क्योंकि असीं कब्जा नहीं कर पाए साडा तां बैलेंस नहीं है। असीं खुशियां च नचन टप्पण लग पैने भुल जाने रब कित्थे है गुरु कित्थे आ ते जदों किते गमी आउंदी है असीं फिर भी भुल जाने आ कि रब कित्थे ते गुरु कित्थे आ। असीं दोनों समयां ते अपना बैलेंस छड्ड बैठने आ। जरूरत है सानू इन्हां दोनों समयां ते इनू हरख सोग ते रहे नियारो
ਕਿਹਾ ਜਾਂਦਾ ਹੈ। ਅਸੀਂ ਇਸ ਨੂੰ ਸਮਝਣਾ ਹੈ, ਆਵਤ ਕੋ ਹਰਖ ਜਾਤ ਕੋ ਰੋਵੇ। ਫਿਰ ਕਿੱਦਾਂ ਕਰੀਏ, ਇਸ ਨੂੰ ਕੀ ਸਮਝੀਏ? ਕਿਉਂਕਿ ਪਦਾਰਥ ਤੇ ਆਉਣੇ ਤੇ ਜਾਣੇ ਨੇ। ਜੇ ਸੂਰਜ ਚੜ੍ਹਦਾ ਤੇ ਡੁੱਬਦਾ, ਸਰਦੀਆਂ ਗਰਮੀਆਂ ਆਉਂਦੀਆਂ ਤੇ ਜਾਂਦੀਆਂ ਨੇ, ਧਨ ਵੀ ਆਉਂਦਾ ਤੇ ਜਾਂਦਾ ਹੈ, ਸਭ ਕੁਛ। ਇਹ ਕੀ ਹੈ? ਦੁੱਖ ਸੁੱਖ ਨਾਲੇ ਲਾਗਾ। ਇਹ ਸਾਡੇ ਨਾਲ ਹੀ ਚੱਲਣਾ ਹੈ, ਇਸ ਨੂੰ ਅਸੀਂ ਨਹੀਂ ਬਦਲ ਪਾਵਾਂਗੇ। ਅਸੀਂ ਗੱਲਾਂ ਸੁਣੀਆਂ ਨਾ ਭਾਈ ਭਿਖਾਰੀ ਸਾਹਿਬ ਜੀ ਕੇ ਜੀਵਨ ਦੀਆਂ, ਕਿ ਬਾਲਕ ਪੁੱਤਰ ਦੇ ਵਿਆਹ ਦੀਆਂ ਬੜੀਆਂ ਰੌਣਕਾਂ ਨੇ, ਖੁਸ਼ੀਆਂ ਤੇ ਖੇੜੇ ਵਰਤਾ ਰਹੇ ਨੇ, ਪਰ ਨਾਲ ਨਾਲ ਅਗਲੇ ਦਿਨ ਦੇਖਿਆ ਬਰਾਤ ਗਈ, ਬਰਾਤ 'ਚ ਬੜੀ ਰੌਣਕ ਮੇਲਾ, ਪਰ ਤੀਸਰੇ ਦਿਨ ਦੇਖਿਆ ਉਸੇ ਪੁੱਤਰ ਦੀ ਅਰਥੀ ਚੁੱਕੀ ਤੁਰੇ ਜਾਂਦੇ ਨੇ। ਉਹੀ ਸਥਿਰਤਾ, ਉਹੀ ਆਦ। ਜਿਸ ਵੇਖਣ ਵਾਲੇ ਨੇ ਪੁੱਛਿਆ, ਬਾਬਾ ਤੈਨੂੰ ਪਤਾ ਸੀ? ਕਹਿਣ ਲੱਗੇ ਹਾਂ, ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਕੁ ਗਿਆਨ ਹੈ ਕਿ ਕੀ ਹੋਣ ਵਾਲਾ ਹੈ। ਕਹਿਣ ਲੱਗੇ ਮਹਾਰਾਜ ਨੂੰ ਕਹਿ ਕੇ ਫਿਰ ਆਪਣੇ ਪੁੱਤਰ ਦੀ ਉਮਰ ਬਹੁਤ ਕੁਛ ਮੰਗ ਲੈਂਦੇ, ਬਖਸ਼ਵਾ ਲੈਂਦੇ। ਕਹਿਣ ਲੱਗੇ ਫਿਰ ਕੀ ਹੋ ਜਾਂਦਾ? ਬਖਸ਼ਵਾ ਕੇ 10 ਸਾਲ 20 ਸਾਲ 50 ਸਾਲ ਲੈ ਲੈ, ਫਿਰ ਕੀ ਹੋ ਜਾਂਦਾ? ਆਖਰ ਜਾਣਾ ਸੋ। ਹਰ ਕੋਈ ਜੀ ਆਪਣੇ ਦਿੱਤੇ ਸਮੇਂ ਨੂੰ ਅਸੀਂ ਕਰਮਾਂ ਦਾ ਫਲ ਕਹਿ ਦਿੰਦੇ ਹੁੰਦੇ ਹਾਂ। ਕਰਤੇ ਦੇ ਵੱਲੋਂ ਦਿੱਤੇ ਸਮੇਂ ਨੂੰ ਭੋਗ ਰਿਹਾ, ਜਾ ਰਿਹਾ, ਹੰਡਾ ਰਿਹਾ। ਸਾਨੂੰ ਚਾਹੀਦਾ ਹੈ ਜੋ ਵੀ ਹੁਕਮ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਉਸ ਵਿੱਚ ਸੰਤੁਸ਼ਟ ਰਹੀਏ। ਸ਼੍ਰੀ ਸੁਖਮਨੀ ਸਾਹਿਬ ਦਾ ਜ਼ਿਕਰ ਹੈ ਦਾਰਸ਼ਨਿਕ ਤਰੀਕੇ ਦੇ ਨਾਲ, 10 ਵਸਤੂ ਲੈ ਪਾਤਸ਼ਾਹ ਪਾਵੈ, ਏਕ ਵਸਤੂ ਕਾਰਨ ਬਿਖੋਟ ਗਵਾਵੈ। ਤੇ ਜੇ ਅਗਲਾ ਮਾਲਕ ਏਕ ਭੀ ਨਾ ਦੇ, 10 ਭੇ ਹਿਰ ਲੈ, ਤਾਂ ਮੁੜਾ ਕੋ ਕਹਾਂ ਕਰੇ। ਸਾਨੂੰ 10 ਵਸਤੂਆਂ ਦਿੱਤੀਆਂ, ਅਸੀਂ ਨੇ ਹੋਰ ਦੇ ਇੱਕ ਮੰਗਦੇ ਹਾਂ ਹੋਰ, ਤੇ ਜੇ ਅਗਲਾ 10 ਉਹ ਇੱਕ ਦੇਵੇ ਨਾ ਜੋ ਮੰਗਦੇ ਪਏ ਆ, ਤੇ ਜੋ 10 ਦਿੱਤੀਆਂ ਨੇ ਉਹ 10 ਵਾਪਸ ਲੈ ਲੈ ਤੇ ਕੀ ਕਰ ਲੋਗੇ? ਸਾਡੇ ਕੋਲ ਕੋਈ ਤਾਕਤ ਨਹੀਂ ਨਾ। ਭਾਈ ਸਾਹਿਬ ਜੀ ਬੜੇ ਪਿਆਰ ਨਾਲ ਸਮਝਾਉਂਦੇ ਸੀ, ਕਦੇ ਕਦੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਪਰਿਵਾਰ ਦੇ ਜੀਆਂ ਸੰਗਤਾਂ 'ਚ ਕਹਿਣ ਭਾਈ ਸ਼ੁਕਰਾਨਾ ਕਰਿਆ ਕਰੋ, ਸ਼ੁਕਰਾਨਾ ਕਰਿਆ ਕਰੋ। ਤੁਸੀਂ ਇੱਕ ਸੇਰ ਮੰਗਦੇ ਹੋ ਨਾ, ਠੀਕ ਹੈ ਜੀ, ਕਿਸੇ ਸਾਨੂੰ ਇੱਕ ਸੇਰ ਸਮਾਨ ਚਾਹੀਦਾ, ਉੱਥੋਂ ਇੱਕ ਛਟਾਂਕ ਮਿਲ ਗਿਆ। ਦੁਨਿਆਵੀ ਤੌਰ 'ਤੇ ਇੱਕ ਸੇਰ ਅਤੇ ਇੱਕ ਛਟਾਂਕ 'ਚ ਬਹੁਤ ਵੱਡਾ ਫਰਕ ਹੋਏਗਾ, ਪਰ ਸ਼ੁਕਰ ਕਰੋ ਛਟਾਂਕ ਤੇ ਦਿੱਤਾ। ਤੇ ਜੇ ਇੱਕ ਛਟਾਂਕ ਭਰ ਵੀ ਨਾ ਦਿੰਦਾ ਤੇ ਕੀ ਕਰ ਲੈਂਦੇ? ਤੁਸੀਂ ਤੇ ਸੇਰ ਮੰਗਦੇ ਹੋ, 10 ਸੇਰ ਮੰਗਦੇ, ਮੰਗੋ, ਪਰ ਚੇਤਨ ਜੋ ਮਿਲੇ ਉਹਦਾ ਸ਼ੁਕਰਾਨਾ ਜ਼ਰੂਰ ਕਰੋ। ਐਸਾ ਨਾ ਹੋਵੇ ਕਿ ਤੁਸੀਂ ਮਿਲੇ ਤੁਲਾਮਾ ਦੇਣ ਲੱਗ ਪਹਿਲਾਂ ਮੈਨੂੰ ਕਿਉਂ ਦਿੱਤਾ, ਇੰਨਾ ਕਿਉਂ ਦਿੱਤਾ? ਨਹੀਂ ਨਹੀਂ, ਉਹਨੇ ਜੋ ਦਿੱਤਾ ਹੈ ਭਲਾ ਦਿੱਤਾ ਹੈ। ਪਾਵਨ ਬਾਣੀ 'ਚ ਇੱਕ ਬਹੁਤ ਪਿਆਰਾ ਰਹੱਸਵਾਦੀ ਸੂਤਰ ਹੈ। ਮਾਲਕ ਦੇ ਦਰ 'ਤੇ ਅਰਦਾਸ ਕਰਨ ਗਏ, ਮਾਲਕ ਨੇ ਦਰਵਾਜ਼ਾ ਖੋਲ੍ਹਿਆ, ਅਤੇ ਦਰਵਾਜ਼ਾ ਖੋਲ੍ਹ ਕੇ ਕੀ ਦੇਗਾ? ਸੰਤ ਸੋਚਾਂਗੇ ਸ਼ਾਇਦ ਸਾਡੀ ਝੋਲੀ ਭਰੇਗਾ, ਪਰ ਕਦੇ ਕਦੇ ਮਾਲਕ ਡਾਂਟ ਵੀ ਤਾਂ ਸਕਦਾ ਨਾ। ਕਈ ਵਾਰ ਵੇਖਿਆ ਹੋਣਾ ਅਸੀਂ ਆਪਣੇ ਘਰਾਂ 'ਚ, ਸਾਡੇ ਘਰਾਂ 'ਚ ਅੱਜ ਵੀ ਸਵੇਰੇ ਸਵੇਰੇ ਮੁਹੱਲਿਆਂ 'ਚ ਜੇ ਪ੍ਰਾਚੀਨ ਮੁਹੱਲੇ ਨੇ, ਲੋਕ ਮੰਗਣ ਵਾਲੇ ਵਿਆਗਤ ਕਈ ਪ੍ਰਕਾਰ ਦੇ ਲੋਕ ਆਉਂਦੇ ਨਾ, ਕੋਈ ਟੱਲੀਆਂ ਵਜਾਉਂਦਾ, ਕੋਈ ਆਵਾਜ਼ਾਂ ਦਿੰਦਾ, ਦਰਵਾਜ਼ਾ ਖੜਖਟਾਉਂਦਾ ਹੈ, ਅਤੇ ਹੁਣ ਦਰਵਾਜ਼ੇ 'ਤੇ ਬੈਠਾ ਵਾਰ-ਵਾਰ ਆਵਾਜ਼ ਦੇ ਰਿਹਾ, ਮਾਲਕ ਦਰਵਾਜ਼ਾ ਖੋਲ੍ਹਦਾ ਅਤੇ ਕੋਈ ਕਿਸੇ ਕਾਰਨ ਖਿਝਿਆ ਜਾ ਕੇ ਗਾਲਾਂ ਕੱਢ ਆਉਂਦਾ, ਧੱਕਾ ਮਾਰ ਆਉਂਦਾ, ਪਰ ਫਿਰ ਵੀ ਉਹ ਵਿਚਾਰਾ ਉੱਥੇ ਖਲੋਤਾ ਰਹਿੰਦਾ। ਪਾਵਨ ਬਾਣੀ 'ਚ ਬੜਾ ਪਿਆਰਾ ਸੂਤਰ ਹੈ, ਮਾਲਕ ਦੇ ਦਰ 'ਤੇ ਤੁਸੀਂ ਖਲੋਤੇ ਹੋ, ਮਾਲਕ ਨੇ ਦਰ ਖੋਲ੍ਹਿਆ ਅਤੇ ਤੁਸੀਂ ਸੋਚਦੇ ਹੋ ਕਿ ਮਾਲਕ ਤੁਹਾਨੂੰ ਵਡਿਆਈ ਦੇਣਾ ਹੈਗਾ? ਨਹੀਂ, ਕਦੇ ਧੱਕਾ ਮਾਰਨ ਲਈ ਵੀ ਆ ਜਾਂਦਾ ਜੇ। ਭਾਵੇਂ ਧੀਰਕ ਭਾਵੇਂ ਧੱਕੇ ਏਕ ਵਡਾਈ ਦੇ, ਤੁਹਾਨੂੰ ਦੋਵਾਂ 'ਚੋਂ ਇੱਕ ਮਿਲਣਾ ਹੈ। ਹੁਣ ਇਹ ਨਹੀਂ ਪਤਾ ਕਿ ਮਾਲਕ ਦਾ ਦਰ ਖੁੱਲ੍ਹੇਗਾ ਕਿ ਧੱਕਾ ਪਏਗਾ, ਕਿ ਮਾਲਕ ਦੇ ਦਰ ਖੁੱਲ੍ਹੇ ਅਤੇ ਵਡਿਆਈ ਮਿਲੇਗੀ। ਪਰ ਫਿਰ ਵੀ ਸ਼ੁਕਰਾਨਾ ਕਰੋ, ਮਾਲਕ ਮੇਰੇ ਵਾਸਤੇ ਆਏ ਤੇ ਸਹੀ, ਤੁਸੀਂ ਭਾਵੇਂ ਧੱਕਾ ਮਾਰਨ ਲਈ ਆਏ ਹੋ, ਆਏ ਤੇ ਦਰਸ਼ਨ ਤੇ ਹੋਏ, ਤੁਹਾਡੀ ਸ਼ੋਅ ਤੇ ਮਿਲੀ। ਆਖਰ ਤੁਸੀਂ ਇਤਨਾ ਤਾਂ ਸੋਚਿਆ ਆਇਆ ਧੱਕਾ ਮਾਰ ਕੇ ਆਵਾਂ, ਤੁਸੀਂ ਮੇਰੇ ਲਈ ਆਏ ਤੇ ਹੋ। ਜਿਸ ਤਰ੍ਹਾਂ ਜੋ ਮਿਲਿਆ ਹੈ ਸ਼ੁਕਰਾਨਾ ਕਰੀਏ। ਮੰਗ ਰੱਖਣਾ ਸਾਡਾ ਹੱਕ ਹੈ, ਇਹ 'ਚ ਕੋਈ ਦੋ ਰਾਏ ਨਹੀਂ। ਰੋਜ਼ਾਨਾ ਸ਼ਾਮ ਨੂੰ ਸਾਨੂੰ ਇਹ ਹੱਕ ਦਿੱਤਾ ਗਿਆ, ਅਸੀਂ ਆਪਣੀਆਂ ਜ਼ਰੂਰਤਾਂ ਆਪਣੇ ਸਾਹਿਬ ਦੇ ਨਾਲ ਸਾਂਝੀਆਂ ਕਰ ਲਈਏ। ਸ਼ਾਇਦ ਇਸੇ ਕਰਕੇ ਮਹਾਰਾਜ ਨੇ ਸਾਨੂੰ ਸ਼ਬਦ ਬਣਾ ਕੇ ਦਿੱਤੇ, ਅਤੇ ਸਾਡੇ ਵਡੇਰਿਆਂ ਨੇ ਇਹਨਾਂ ਸ਼ਬਦਾਂ ਨੂੰ ਸਾਡੀ ਸ਼ਾਮ ਦੇ ਕੀਰਤਨ 'ਚ ਜੋੜ ਕੇ ਪਾ ਦਿੱਤਾ। ਔਰ ਬੜੇ ਲੰਬੇ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਅਸੀਂ ਸੁਣਦੇ ਆ ਰਹੇ ਹਾਂ, ਰਾਤੀ ਆਰਤੀ ਦਾ ਕੀਰਤਨ ਹੁੰਦਾ ਹੈ। ਉਸ ਆਰਤੀ ਕੀਰਤਨ ਵਿੱਚ ਅਸੀਂ ਕਹਿੰਦੇ ਹਾਂ, ਮਹਾਰਾਜ ਆਟਾ ਦਾਲ ਚੌਲ ਮੰਜਾ ਬਿਸਤਰਾ ਘੋੜੀ ਸਭ ਕੁਛ ਮੈਨੂੰ ਚਾਹੀਦਾ ਹੈ। ਆਪਣੇ ਗੁਰੂ ਦੇਵ ਨੂੰ ਕਹਿਣਾ ਜ਼ਰੂਰੀ ਹੈ, ਪਾਵਣਾ ਵੀ ਆ, ਮੰਗਣਾ ਵੀ ਆ, ਢੀਠ ਹੋ ਕੇ ਵੀ ਮੰਗਣਾ ਹੈ, ਪਰ ਜੋ ਦੇਵੇ ਉਹਦਾ ਸ਼ੁਕਰਾਨਾ ਵੀ ਕਰਨਾ ਹੈ।
ਦੇਵੇ ਆਪਣੀ ਮਰਜ਼ੀ ਦੇ ਨਾਲ, ਮੰਗਣਾ ਸਾਡਾ ਹੱਕ ਹੈ। ਕਹਿਣ ਲੱਗੇ ਨਾਮ ਵਿਸਾਰ ਆਂਦਰ ਸੁਲਭਾਨੇ, ਫਿਰ ਪਛਤਾ ਹੈ ਅਭਾਗਾ, ਆਵਤ ਕੋ ਹਰਖ ਜਾਤ ਕੋ ਰੋਵੇ, ਇਹ ਦੁੱਖ ਸੁੱਖ ਨਾਲੇ ਲਾਗਾ। ਇਹ ਦੁੱਖ ਤੇ ਸੁੱਖ ਤੇਰੇ ਨਾਲ, ਤੇਰੇ ਜਨਮ ਕਰਕੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿ ਰਹੇ ਜਾਹੇ ਮਨੁੱਖ। ਮਨੁੱਖ ਹੈ ਨਾ, ਦੁੱਖ ਸੁੱਖ ਨਾਲ ਹੀ ਆਉਣੇ ਨੇ, ਇਹ ਨਹੀਂ ਬਦਲਨੇ। ਫਿਰ ਕੀ ਕਰੀਏ? ਸ਼ਾਂਤ ਹੋ ਜਾ। ਜਦੋਂ ਟਿਕ ਜਾਏਗਾ ਨਾ ਤੇ ਫਿਰ ਕੀ ਹੋਗਾ? ਆਪੇ ਦੁੱਖ ਸੁੱਖ ਭੋਗ ਭੋਗਾਵੈ, ਫਿਰ ਤੇਰੇ ਸਿਰ ਤੇ ਹੱਥ ਰੱਖ ਦੇਗਾ ਤੇ ਦੁੱਖ ਸੁੱਖ ਨੂੰ ਆਪ ਭੋਗ ਲਏਗਾ, ਭਗਵਾ ਲਏਗਾ, ਭਾਵੇਂ ਇਹ ਸਮਾਂ ਕੱਟ ਜਾਏਗਾ। ਬਿਨਾਂ ਵਿਚਲਿਤ ਹੋਇਆਂ ਵੀ ਦੁੱਖ ਸੁੱਖ ਦਾ ਸਮਾਂ ਕੱਟਿਆ ਜਾ ਸਕਦਾ। ਜਿਵੇਂ ਹੁਣ ਪਰਿਸਥਿਤੀਆਂ ਸਾਡੇ ਤੇ ਬਹੁਤੇ ਮਿਡਲ ਕਲਾਸ ਤੇ ਪਈਆਂ ਨੇ ਨਾ, ਆ ਪਿਛਲੇ ਕੁਝ ਸਮੇਂ ਤੋਂ ਜੋਬ ਕੱਟ ਗਏ, ਵਪਾਰ ਕੱਟ ਗਏ, ਬੜੀਆਂ ਪਰੇਸ਼ਾਨੀਆਂ ਨੇ। ਤੇ ਸਾਡੇ ਕੋਲ ਦੋ ਹੀ ਤਰੀਕੇ ਨੇ, ਜਾਂ ਤਾਂ ਰੋਣਾ ਪਿੱਟਣਾ ਸ਼ੁਰੂ ਕਰ ਦਿਓ ਤੇ ਜਾਂ ਸ਼ਾਂਤ ਹੋ ਕੇ ਕੋਈ ਗੱਲ ਨਹੀਂ ਮਹਾਰਾਜ ਹੁਕਮ ਹੈ, ਜਾਂ ਤੇ ਚੁੱਪ ਕਰਕੇ ਜੀ ਲਓ ਤੇ ਜਾਂ ਰੋ ਪਿੱਟ ਕੇ ਜੀ ਲਓ। ਜਿਉਣਾ ਤੇ ਪੈਣਾ ਹੈ, ਭਾਵੇਂ ਰੋ ਕੇ ਜੀ ਲਈਏ, ਭਾਵੇਂ ਚੁੱਪ ਕਰਕੇ। ਤੇ ਜੇ ਸ਼ੁਕਰ ਕਰਨ ਲੱਗ ਪਏ, ਮਹਾਰਾਜ ਕੋਈ ਨਹੀਂ, ਪਰਿਵਾਰ ਦੇ ਜੀ ਠੀਕ ਨੇ, ਤੰਦਰੁਸਤੀ ਹੈ, ਵਪਾਰ ਵਾਧੇ ਘਾਟੇ ਆਉਂਦੇ ਜਾਂਦੇ ਨੇ, ਤੇ ਸ਼ਾਇਦ ਦੁੱਖ ਸੁੱਖ ਆਪੇ ਬਲ ਦੇਵੇਗਾ, ਭੋਗੇ ਜਾਣਗੇ, ਸਮਾਂ ਲੰਘ ਜਾਣਾ, ਫਿਰ ਭਲਾ ਵਕਤ ਆ ਜਾਏਗਾ। ਮਹਾਰਾਜ ਕਹਿੰਦੇ ਆਪੇ ਦੁੱਖ ਸੁੱਖ ਭੋਗ ਭੋਗਾਵੈ, ਗੁਰਮੁਖ ਸੋ ਅਨੁਰਾਗਾ। ਪਰ ਗੁਰਮੁਖ ਦਾ ਕਰਮ ਅਨੁਰਾਗ ਕਰਨਾ ਹੈ, ਪ੍ਰੇਮ ਕਰਨਾ, ਯਤਨ ਕਰੀਏ, ਆਪਣੇ ਗੁਰੂ ਨਾਲ ਪ੍ਰੇਮ ਕਰਦੇ ਰਹੀਏ ਤੇ ਗੁਰੂ ਦੇ ਮਗਰ ਤੁਰਨ ਦਾ ਯਤਨ ਕਰਦੇ ਰਹੀਏ, ਕਿਉਂਕਿ ਗੁਰੂ ਕਾ ਮਾਰਗ ਹੀ ਅਸਲ ਜੀਵਨ ਮਾਰਗ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ। ਇਹ ਗੁਰੂ ਤੇ ਗੁਰੂ ਕੇ ਪਿਆਰਿਆਂ ਦਾ ਜੀਵਨ ਮਾਰਗ ਹੀ ਅਸਲ ਜੀਵਨ ਕਾ ਮਾਰਗ ਹੈ। ਹੋਰ ਇੱਧਰ ਉੱਧਰ ਭਟਕਣ ਦੀ ਬਜਾਏ ਗੁਰਮੁਖਾਂ ਦੀ ਸੰਗਤ, ਵਡੇਰਿਆਂ ਕੀ ਸੰਗਤ ਕਰੀਏ, ਗੁਰੂ ਕੀ ਮੱਤ ਦੇ ਧਾਰਨੀ ਹੋ ਜਾਈਏ ਤੇ ਗੁਰੂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ। ਵੱਡੇ ਭਾਗਾਂ ਕਰਕੇ ਜੀਵਨ ਪੱਧਰ ਪ੍ਰਾਪਤ ਹੁੰਦੇ ਨੇ। ਇਸ ਨੂੰ ਪ੍ਰਾਪਤ ਕਰ ਸਕੀ, ਜੀ ਸਕੀਏ ਉਹਦੇ ਹੁਕਮ ਦੇ ਵਿੱਚ, ਜੀ ਸਕੀ ਉਹਦੀ ਰਜ਼ਾ ਦੇ ਵਿੱਚ। ਭੁੱਲ ਚੁੱਕ ਦੇ ਖਿਮਾ, ਆਸੀਸ ਅਤੇ ਪਿਆਰ ਤੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ